सतनाम वाहिगुरु साहिब जीओ। तीरथ बरत अरदान कर, मन में धरै गुमान। नानक निहफल जात तेह, ज्यों कुंचर इशनान। तीरथ बरत अरदान कर, मन में धरै गुमान। नानक निहफल जात तेह, ज्यों कुंचर इशनान। वाहिगुरु जी का खालसा, वाहिगुरु जी की फतेह। गरीब नवाज सच्चे पातशाह, दीन दुनिया दे मालक सतगुरु श्री गुरु ग्रंथ साहिब महाराज सच्चे पातशाह जी दे चरना अंदर सुभाईमान गुरु रूप साध संगत जीओ। अज दा प्रकरण 46 नंबर सलोकां विच गुरु तेग बहादुर साहब जी दे वचन आप जी ने सरवण कीते हन। अखरी अर्थ इस श्लोक का इस प्रकार है। कुछ मनुख धार्मिक कर्म जिवें कि तीर्थां दा इशनान, वरत रखने, दान पुन करना, इन्हां दान पुन वरत रखने, तीर्थां ते जाना, यात्रावां करनियां, इन्हां कर्मां दा जो लोग अभिमान करते हैं, अहंकार करते हैं, गुरु तेग बहादुर साहब कहते जिवें एक हाथी इशनान करन गया, नदी विच चंगी तरह उसने अपनी मैल उतार लई, इशनान करके बाहर निकलिया ते बाहर निकलदियां ही उसने जमीन तो मिट्टी चुक के अपने शरीर ते सुटनी शुरू कर दी। कहंदे कोई भी धर्म दा काम है, उन्नू करन वाले नू सुचेत रहना चाहिए भी करके जे अंदर मैं अहंकार पैदा होया ते हाथी दे इशनान वाली गल है। मैल जिन्नी उतरी उस तो होर वध ला लई, कर्म भी किया, थक भी गए, समा भी लाया। यह है गलत रस्ता। हुण इस श्लोक के विस्तार विच आपां जाण दा यतन करांगे। जिन्ने भी इस धरती ते धर्म बने ने, कई प्रकार दे उन्होंने कर्म दिते ने, कई प्रकार दे उन्होंने साधन दिते ने, ताकि आम मनुख उन्हां दी वरतों करके सहजे सहजे परमात्मा दे नेड़े आवे। भावें कि गुरमत ने वरत, तीरथ अते झूठे दान की मनाही कीती है, पर यह जिहड़ा तीर्थां दा रटन है शुरू तो चलदा रहा। ये क्यों होया? तीर्थ बने क्यों? तीर्थ तां बने जिथे जिथे नाम जपण वाले धर्मी बंदियां दे पैर टिके। जिन्ने भी अज तक दे मंदिर ने, मस्जिद ने, गुरुद्वारा है, धार्मिक थावां बणियां ਉਹ ਜਿਹੜੀਆਂ ਥਾਵਾਂ ਦੇ ਉੱਤੇ ਪਹਿਲਾਂ ਉਹ ਧਰਮੀ ਬੰਦਿਆਂ ਦੇ ਘਰ ਸਨ। ਕਿਸੇ ਦੇ ਮਨ ਵਿੱਚ ਨਾਮ ਦੀ ਦਾਤ ਟਿਕੀ, परमात्मा की याद गहरी हुई, संत की पदवी उन्होंने प्राप्त हो गई तो वह घर ही धार्मिक थां तीर्थ बन गया, जिथे उन्हें पैर रखे। सधारण घर, ये दो तरह के आदमी ने इत्थे, दोवां दा नाम सस्से तो पैंदा है। जे आपां संसारी की गल करने आ, वो भी सस्से तो शब्द पैंदा संसारी।
ਜੇ ਸੰਤ ਦੀ ਗੱਲ ਕਰਨੇ ਆ ਤੇ ਸੰਤ ਲਫ਼ਜ਼ ਦੇ ਅਗਲੇ ਪਾਸੇ ਵੀ ਪਹਿਲਾ ਸੱਸਾ ਸ਼ਬਦ ਆਉਂਦਾ ਹੈ। ਦੋਵਾਂ ਦੇ ਅੱਗੇ ਸੱਸਾ ਹੈ, ਪਰ ਦੋਵਾਂ ਦੀ ਯਾਤਰਾ ਵੱਖਰੀ ਹੈ, ਦੋਵਾਂ ਦੀ ਖੋਜ ਵੱਖਰੀ ਹੈ, ਦੋਵਾਂ ਦੇ ਯਤਨ ਵੱਖਰੇ ਨੇ। ਸੰਸਾਰੀ ਦਾ ਅਰਥ ਹੈ ਜਿਹਦੇ ਅੰਦਰ ਸੰਸਾ ਹੈ, ਸੰਸੇ ਦੇ ਵਿੱਚ ਭਰਿਆ ਹੋਇਆ। ਸੰਸਾ ਕੀ ਹੈ? ਸੰਸੇ ਦਾ ਅਰਥ ਹੈ ਡਰ ਹੈ। ਉਹਦੇ ਅੰਦਰ ਡਰ ਕਾਹਦਾ? ਸੰਸਾਰੀ ਦਾ ਯਤਨ ਹੈ, ਉਹਦੇ ਵਿੱਚ ਇੱਕ ਸੰਸਾ ਦਿਨ ਰਾਤ ਰਹਿੰਦਾ, ਮੈਂ ਕਿਤੇ ਮਿਟ ਨਾ ਜਾ, ਮੈਂ ਕਿਤੇ ਖਤਮ ਨਾ ਹੋ ਜਾ, ਮੈਂ ਆਪਣੇ ਆਪ ਨੂੰ ਬਚਾਵਾਂ। ਉਹ ਇਸ ਯਤਨ ਵਿੱਚ ਹੀ ਜਿਉਂ ਹੋਸ਼ ਸੰਭਾਲਦਾ ਬੰਦਾ। ਸਾਰੀ ਜ਼ਿੰਦਗੀ ਆਪਾਂ ਕਿਹਦੇ ਉੱਤੇ ਲਾਉਨੇ ਆ? ਆਪਣੇ ਆਪ ਨੂੰ ਬਚਾਉਣ ਤੇ ਲੱਗੇ ਰਹਿੰਦੇ। ਕੋਸ਼ਿਸ਼ ਸਾਰੀ ਇਹ ਹੈ, ਥੋੜਾ ਜਿਹਾ ਕਿਤੇ ਪਤਾ ਲੱਗਾ ਕੋਈ ਖਤਰਾ ਹੈ, ਕੋਈ ਬਿਮਾਰੀ ਚੱਲੀ, ਆਦਮੀ ਦੌੜਦਾ ਭੱਜਦਾ ਕਾਹਦੇ ਵਾਸਤੇ? ਮੈਂ ਕਿਤੇ ਇਸ ਧਰਤੀ ਤੋਂ ਮਿਟ ਹੀ ਨਾ ਜਾਵਾਂ, ਖਤਮ ਨਾ ਹੋ ਜਾ। ਹੋਂਦ ਬਚਾਉਣ ਲਈ ਹੈ। ਜੇ ਧਨ ਦੇ ਮਾਮਲੇ ਵਿੱਚ ਤੇ ਦਿਨ ਰਾਤ ਕਿਉਂ ਦੌੜਦਾ ਹੈ ਕਿ ਧਰਤੀ ਦੇ ਨਕਸ਼ੇ ਤੋਂ ਮੇਰਾ ਨਾਮ ਨਾ ਕੱਟਿਆ ਜਾ ਕਿਤੇ ਵੀ ਇਹਦੇ ਨਾਮ ਪ੍ਰਾਪਰਟੀ ਕੋਈ ਨਹੀਂ। ਗੱਲ ਤੇ ਸਿਰਫ ਇੰਨੀ ਹੈ ਨਾ ਵੀ ਉਸ ਪ੍ਰਾਪਰਟੀ ਦੇ ਨਾਂ, ਉਹਦੇ ਨਾਲ ਬੰਦੇ ਦਾ ਨਾਂ ਲਿਖਿਆ। ਜਿਹਦੇ ਕੋਲ ਨਹੀਂ ਉਹ ਵੀ ਰੋਟੀ ਖਾਂਦਾ, ਜਿਹਦੇ ਕੋਲ ਹੈ ਖਾਂਦੇ, ਦੋਵੇਂ ਪ੍ਰਸ਼ਾਦਾ ਨੇ, ਕੋਈ ਫਰਕ ਨਹੀਂ। ਬਸ ਇਹ ਫਰਕ ਹੈ ਇੱਕ ਦੇ ਨਾਂ ਦੇ ਅੱਗੇ ਬਹੁਤ ਸਾਰਾ ਧਨ ਲਿਖਿਆ ਹੋਇਆ ਵੀ ਇਹਦਾ ਹੈ, ਇੱਕ ਦੇ ਨਾਂ ਦੇ ਅੱਗੇ ਕੁਝ ਨਹੀਂ ਲਿਖਿਆ। ਖਾਣਾ ਪੀਣਾ ਦੋਵਾਂ ਦਾ ਇੱਕੋ ਜਿਹਾ, ਪ੍ਰਸ਼ਾਦਾ ਕਣਕ ਦਾ ਹੀ ਛਕਦੇ ਨੇ ਦੋਵੇਂ। ਉਸ ਬੰਦੇ ਨੂੰ ਫਿਰ ਇੱਥੇ ਰਹਿਣ ਦਾ ਹੋਰ ਤਰ੍ਹਾਂ ਦਾ ਕਿਉਂ ਲੱਗਦਾ ਜਿਹਦੇ ਨਾਮ ਬੜਾ ਕੁਝ ਲੱਗਾ ਹੈ? ਕਿਉਂਕਿ ਉਹਨੂੰ ਇੰਜ ਪ੍ਰਤੀਤ ਹੁੰਦਾ ਹੈ ਕਿ ਮੇਰਾ ਨਾਮ ਇੱਥੇ ਧਰਤੀ ਤੇ ਵੱਜ ਰਿਹਾ ਹੈ। ਲੋਕ ਸੋਚਦੇ ਨੇ ਇਹਦੇ ਨਾਮ ਇੰਨਾ ਕੁਝ ਹੈ। ਫਿਰ ਇਹ ਤਸੱਲੀ ਕਰਾ ਲੈਂਦਾ ਝੂਠੀ, ਚਲੋ ਜੇ ਮੈਂ ਨਾ ਵੀ ਰਿਹਾ ਘੱਟੋ ਘੱਟ ਮੇਰਾ ਨਾਂ ਤੇ ਰਹੇਗਾ ਵੀ ਇੱਥੇ ਇਹਦੇ ਨਾਂ ਤੇ ਇੰਨਾ ਕੁਝ ਹੈ। ਆਦਮੀ ਕੀ ਕਰਦਾ? ਉਹ ਕਹਿੰਦਾ ਕਿ ਮੇਰੇ ਜਾਣ ਤੋਂ ਬਾਅਦ ਆਹ ਚੀਜ਼ ਬਣਵਾ ਦੇਣੀ, ਧਰਮਸ਼ਾਲਾ ਬਣਵਾ ਦੇਣੀ, ਇਹ ਕਰ ਦੇਣਾ, ਉਹ ਕਰ ਦੇਣਾ। ਕਾਹਦੇ ਵਾਸਤੇ? ਮੇਰਾ ਨਾਮ ਚੱਲਦਾ ਰਹੇ। ਬਚਾਉਣ ਦਾ ਯਤਨ ਕਰਦਾ ਹੈ। ਬੰਦੇ ਦੀ ਸੰਸਾਰੀ ਦੀ ਇਹ ਹੀ ਖੋਜ ਹੈ ਦਿਨ ਰਾਤ ਕਿ ਮੈਂ ਬਣਾ, ਕਾਇਮ ਰਵਾਂ, ਮਿਟ ਨਾ ਜਾਵਾਂ ਕਿਤੇ। ਤੇ ਸੰਸਾਰੀ ਦੀ ਖੋਜ ਇਹ ਹੈ, ਸੰਤ ਦੀ ਖੋਜ ਇਸ ਤੋਂ ਬਿਲਕੁਲ ਵੱਖਰੀ ਹੈ। ਜਿੱਥੇ ਸੰਸਾਰੀ ਉਹਨਾਂ ਸਾਧਨਾਂ ਦੀ ਖੋਜ ਕਰਦਾ ਜਿਹਦੇ ਨਾਲ ਉਹ ਬਚੇ, ਉਹ ਇੱਥੇ ਰਵੇ, ਉਹਦਾ ਨਾਮ ਬਚ ਜਾਏ। ਉੱਥੇ ਸੰਤ ਉਹਨਾਂ ਸਾਧਨਾਂ ਦੀ ਖੋਜ ਕਰਦਾ ਰਹਿੰਦਾ ਜਿਹਦੇ ਨਾਲ ਉਹ ਮਿਟ ਜਾਏ, ਜਿਹਦੇ ਨਾਲ ਉਹਦਾ ਖਾਤਮਾ ਹੋ ਜਾਏ। ਬਹੁਤ ਫਰਕ ਪੈ ਗਿਆ ਦੋਵਾਂ ਦਾ। ਦੋਵਾਂ ਦੇ ਰਸਤੇ ਵੱਖਰੇ, ਦੋਵਾਂ ਦੀ ਮੰਜ਼ਿਲ ਬੜੀ ਵੱਖਰੀ ਹੈ। ਸੰਤ ਦੇ ਸਾਰੇ ਸਾਧਨ ਕੀ ਨੇ? ਸੰਤ ਦੇ ਸਾਰੇ ਸਾਧਨ ਨੇ ਕਿ ਮੈਂ ਖਤਮ ਹੋ ਜਾਵਾਂ, ਮੈਂ ਮਿਟ ਜਾਵਾਂ। ਕਿਉਂਕਿ ਉਸ ਨੂੰ ਇੱਕ ਬੜੇ ਵੱਡੇ ਵਿਗਿਆਨ ਦਾ ਪਤਾ ਲੱਗ ਗਿਆ ਕਿ ਜਿਹੜਾ ਮਿਟਣ ਵਾਸਤੇ ਰਾਜੀ ਹੋ ਗਿਆ ਉਹ ਸਦਾ ਲਈ ਕਾਇਮ ਹੋ ਗਿਆ। ਉਹ ਬੀਜ ਬਣਨਾ ਚਾਹੁੰਦਾ, ਜਿਹੜਾ ਬੀਜ ਕਹਿੰਦਾ ਮੈਨੂੰ ਮਿਟਾ ਦਿਓ, ਜ਼ਮੀਨ ਵਿੱਚ ਬੀਜ ਦਿਓ। ਬੀਜ ਮਰੇਗਾ ਜ਼ਰੂਰ, ਬੀਜ ਮਿਟ ਗਿਆ ਪਰ ਰੁੱਖ ਬਣ ਗਿਆ। ਹਜ਼ਾਰਾਂ ਬੀਜ ਲੱਗ ਗਏ ਉਸ ਨੂੰ, ਹਜ਼ਾਰਾਂ ਬੀਜ ਉਹਨੂੰ ਲੱਗ ਗਏ। ਇਹ ਹੈ ਸੰਤ ਦੀ ਮੰਜ਼ਲ, ਮਿਟ ਜਾਣਾ। ਇਹ ਹੈ ਸੰਸਾਰੀ ਦੀ ਮੰਜ਼ਲ, ਬਣਨ ਵਾਸਤੇ ਤਰਲੋ ਮੱਛੀ ਬਣਦੇ ਕਰਦੇ ਰਹਿਣਾ। ਪਰ ਦੋਵਾਂ ਦੀ ਜ਼ਿੰਦਗੀ ਦੀਆਂ ਸੰਭਾਵਨਾਵਾਂ ਵੱਖਰੀਆਂ ਨੇ। ਸੰਸਾਰੀ ਜ਼ੋਰ ਲਾਉਂਦਾ ਮੈਂ ਬਚ ਜਾਂ, ਤੇ ਬਚਦਾ ਕੱਖ ਵੀ ਨਹੀਂ ਰਹਿੰਦਾ। ਇੱਥੋਂ ਬੜੇ ਬੜੇ ਚਲੇ ਗਏ, ਬਚ ਸਕਦੇ ਹੀ ਨਹੀਂ। ਉਹਨੇ ਉਹਨਾਂ ਚੀਜ਼ਾਂ ਨੂੰ ਪਕੜਿਆ ਜਿਹੜੀਆਂ ਸਥਿਰ ਨਹੀਂ, ਜਿਹੜੀਆਂ ਟਿਕਣ ਵਾਲੀਆਂ ਨਹੀਂ। ਉਹਦੀ ਸੰਭਾਵਨਾ ਦੇ ਉਲਟ ਵਾਪਰਦਾ, ਕੁਝ ਵੀ ਨਹੀਂ ਬਚਦਾ। ਕਿੱਥੇ ਬਚਦਾ ਹੈ? ਅਸੀਂ ਕਹਿੰਦੇ ਹਾਂ ਸਾਡਾ ਨਾਮ ਹੈ, ਫਲਾਣੇ ਦਾ ਨਾਮ ਚੱਲਦਾ ਜੀ। ਕਿੰਨਾ ਕੁ ਚਿਰ ਚੱਲੇਗਾ? ਤੁਸੀਂ ਪਿੱਛੇ ਤੁਰੇ ਜਾਓ, ਥੋੜੇ ਥੋੜੇ ਪਿੱਛੇ ਚਲੇ ਜਾਓ। 3 4 ਜ਼ਿਆਦਾ ਤੋਂ ਜ਼ਿਆਦਾ 5ਵੀਂ ਪੀੜ੍ਹੀ ਦਾ ਸਾਨੂੰ ਪਤਾ ਹੋਵੇਗਾ। ਵੈਸੇ ਅੱਜ ਕੱਲ੍ਹ ਤੇ ਦਾਦੇ ਤੋਂ ਅੱਗੇ ਕਿਸੇ ਨੂੰ ਪਤਾ ਹੀ ਨਹੀਂ ਸਾਡਾ ਹੈ ਵੀ ਸੀ ਕਿ ਨਹੀਂ, ਕੋਈ ਪਤਾ ਨਹੀਂ। ਜ਼ਿਆਦਾ ਪਤਾ ਚੱਲੇਗਾ ਤੇ 5ਵੀਂ 6ਵੀਂ ਪੀੜ੍ਹੀ ਤੱਕ। ਉਸ ਤੋਂ ਅੱਗੇ ਤੇ ਪਤਾ ਹੀ ਨਹੀਂ ਕੌਣ ਹੋਇਆ ਸੀ ਤੇ ਕੌਣ ਗੁਜ਼ਰਿਆ ਸੀ, ਕਿੰਨੇ ਕੁ ਆਏ ਤੇ ਕਿੰਨੇ ਕੁ ਚਲੇ। ਕੋਈ ਨਹੀਂ ਪੁੱਛਦਾ ਇੱਥੇ, ਸਭ ਚਲੇ ਗਏ। ਜਿਨ੍ਹਾਂ ਨੇ ਜ਼ੋਰ ਲਾ ਲਾ ਕੇ ਇੱਥੇ ਸਭ ਕੁਝ ਕੀਤਾ ਹੈ ਉਹਦੇ ਉਲਟ ਵਾਪਰ ਜਾਂਦਾ। ਪਰ ਜਿਹੜੇ ਲੋਕਾਂ ਨੇ ਇਹ ਮੰਨ ਲਿਆ
ਜਿਹਨੂੰ ਕਬੀਰ ਸਾਹਿਬ ਕਹਿੰਦੇ, ਕਬੀਰ ਜਾਂ ਦਿਨ ਹਉ ਮੁਵਾ ਪਾਛੇ ਭਇਆ ਆਨੰਦ। ਕਬੀਰ ਜੀ ਕਹਿੰਦੇ, ਜਿਸ ਦਿਨ ਮੈਂ ਮਰ ਗਿਆ, ਮੇਰੇ ਮਰਦੀ ਆਨੰਦ ਪੈਦਾ ਹੋਇਆ। ਬਸ ਉਹਨਾਂ ਵਿੱਚ ਤੇ ਸਾਡੇ ਵਿੱਚ ਇਹ ਫਰਕ ਹੈ, ਅਸੀਂ ਆਨੰਦ ਮੰਗਨੇ ਆ ਕਿ ਅਸੀਂ ਉਸੇ ਤਰ੍ਹਾਂ ਦੇ ਰਹੀਏ ਤੇ ਆਨੰਦ ਵੀ ਮਿਲ ਜਾਏ, ਖੁਸ਼ੀ ਵੀ ਮਿਲ ਜਾਏ, ਵਿਗਾਸ ਵੀ ਮਿਲ ਜਾਏ, ਖੇੜਾ ਵੀ ਮਿਲ ਜਾਏ। ਪਰ ਕਬੀਰ ਸਾਹਿਬ ਕਹਿੰਦੇ, ਉਹਨਾਂ ਚਿਰ ਆਨੰਦ ਨਹੀਂ ਜਿੰਨਾ ਚਿਰ ਤੂੰ ਨਹੀਂ ਮਰਦਾ। ਤੇਰੇ ਮਰਨ ਦਾ ਮਤਲਬ ਤੇਰੀ ਹਉ ਖਤਮ ਨਹੀਂ ਹੁੰਦੀ, ਤੇਰੀ ਹਸਤੀ ਨਹੀਂ ਮਿਟਦੀ। ਪਰਮਾਤਮਾ ਪ੍ਰਗਟ ਕਿਵੇਂ ਹੋਵੇ? ਤੇਰੀ ਹਸਤੀ ਤੇ ਦਰਵਾਜ਼ਾ ਹੈ ਉਹਦਾ, ਬੰਦੇ ਦਾ ਆਪਣਾ ਆਪ ਹੀ ਤੇ ਰੱਬ ਦਾ ਦਰਵਾਜ਼ਾ ਹੈ। ਉਹ ਦਰਵਾਜ਼ਾ ਨਹੀਂ ਟੁੱਟਦਾ ਤੇ ਉਹਦੇ ਘਰ ਵਿੱਚ ਦਾਖਲ ਕਿਵੇਂ ਹੋਈਏ? ਕਹਿੰਦੇ, ਲੋਕ ਕਹਿੰਦੇ ਨੇ ਅਸੀਂ ਬਚੀਏ ਤੇ ਤਾਂ ਆਨੰਦ ਹੈ, ਸਾਡੇ ਬਚਿਆਂ ਆਨੰਦ ਹੁੰਦਾ ਹੈ। ਪਰ ਭਗਤ ਜੀ ਕਹਿੰਦੇ, ਕਬੀਰ ਜਾਂ ਦਿਨ ਹਉ ਮੁਆ ਪਾਛੇ ਭਇਆ ਆਨੰਦ। ਮੋਹਿ ਮਿਲਿਓ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ। ਮੈਂ ਦੇ ਮਰਦਿਆਂ ਤੂੰ ਪ੍ਰਗਟ ਹੋ ਗਿਆ, ਉਹਦੀ ਪ੍ਰਾਪਤੀ ਹੋ ਗਈ। ਸਤ ਸੰਗਤ ਸਾਡੀ ਜ਼ਿੰਦਗੀ ਦੇ ਵਿੱਚ ਅੰਦਰ ਇਹ ਤੇ ਖੇਡ ਧਰਮ ਦੀ ਖੇਡ ਮੈਂ ਤੋਂ ਸ਼ੁਰੂ ਹੁੰਦੀ ਹੈ ਤੇ ਤੂੰ ਤੇ ਜਾ ਕੇ ਸਮਾਪਤੀ ਹੋ ਜਾਂਦੀ ਹੈ। ਮੈਂ ਤੋਂ ਅਸੀਂ ਯਾਤਰਾ ਸ਼ੁਰੂ ਕਰਨੇ ਆ। ਜਿੰਨਾ ਚਿਰ ਤੂੰ ਤੇ ਨਹੀਂ ਗਏ ਉਹਨਾਂ ਚਿਰ ਬੰਦਾ ਯਾਤਰੀ ਹੈ, ਉਹਨਾਂ ਚਿਰ ਮਨੁੱਖ ਸਿਰਫ ਰਸਤੇ ਵਿੱਚ ਮੰਜ਼ਲ ਤੇ ਨਹੀਂ ਗਿਆ। ਇਸ ਕਰਕੇ ਇੱਕ ਗੱਲ ਸਾਫ਼ ਹੋ ਗਈ, ਇਹ ਜਿਹੜੇ ਕਰਮ ਨੇ ਜਿਹੜੇ ਹੰਕਾਰ ਨੂੰ ਵੱਡੇ ਕਰਨ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਤੀਰਥ ਤੇ ਤਾਂ ਗਿਆ ਪਰ ਤੀਰਥ ਤੇ ਜਾ ਕੇ ਮੈਂ ਨੇ ਖਤਮ ਹੋਣਾ ਸੀ ਕਿ ਬਣਨਾ ਸੀ ਉਹਨੇ? ਉਹ ਤੇ ਹੋਰ ਵੱਡੀ ਹੋ ਗਈ, ਮੈਂ ਹੋਰ ਵੱਧ ਗਈ। ਇਹ ਦਸ਼ਾ ਉਸੇ ਤਰ੍ਹਾਂ ਬਣੀ ਰਹੀ। ਕਬੀਰ ਸਾਹਿਬ ਨੇ ਇੱਕ ਲੰਬਾ ਸ਼ਬਦ ਉਚਾਰਿਆ, ਉਹ ਕਹਿੰਦੇ, ਗ੍ਰਹਿ ਤਜ ਬਨ ਖੰਡ ਜਾਈਐ ਚੁਣ ਖਾਈਐ ਕੰਦਾ। ਅਜਹੂ ਬੇਕਾਰ ਨਾ ਛੋੜਈ ਪਾਪੀ ਮਨ ਮੰਦਾ। ਘਰ ਛੱਡਿਆ, ਗ੍ਰਹਿ ਦੇ ਅਰਥ ਨੇ ਘਰ, ਗ੍ਰਹਿ ਤਜ, ਘਰ ਛੱਡ ਦਿੱਤਾ। ਕਿੱਥੇ ਗਏ? ਕਿਸੇ ਮੰਦਰ, ਗੁਰਦੁਆਰੇ, ਤੀਰਥ, ਜੰਗਲ ਵਿੱਚ ਚਲੇ ਗਏ, ਆਸ਼ਰਮ ਲੱਭ ਲਿਆ। ਘਰ ਛੱਡਿਆ ਕਾਹਦੇ ਵਾਸਤੇ? ਪਹਿਲਾਂ ਤੇ ਪਤਾ ਹੀ ਨਹੀਂ ਘਰ ਛੱਡਣਾ ਕਿਉਂ, ਤੇ ਰਿਵਾਜ ਬਣ ਜਾਂਦਾ ਹੈ। ਬੰਦਾ ਹਰ ਇੱਕ ਲਾਈਨ ਵਿੱਚ ਜਾਂਦਾ ਹੈ ਤੇ ਉਹਦਾ ਕੋਈ ਪ੍ਰਯੋਜਨ ਹੁੰਦਾ ਹੈ। ਕਿਸੇ ਵੀ ਲਾਈਨ ਵਿੱਚ, ਕਿਸੇ ਪਾਸੇ ਵੀ ਜਾ ਰਿਹਾ ਬੰਦਾ, ਬੱਸ ਤੇ ਚੜ੍ਹਨ ਲੱਗਦਾ, ਉਹਦੀ ਮੰਜ਼ਿਲ ਹੈ, ਕਿਹੜੇ ਸ਼ਹਿਰ ਜਾਣਾ। ਆਦਮੀ ਦਿਹਾੜੀ ਕਰਦਾ, ਉਹਦੀ ਮੰਜ਼ਿਲ ਹੈ, ਕਿੰਨੀ ਦਿਹਾੜੀ ਮਿਲਣੀ, ਕੰਮ ਕਰਨਾ। ਸਾਰੀਆਂ ਚੀਜ਼ਾਂ ਦੀ ਮੰਜ਼ਿਲ ਮਿੱਥ ਕੇ ਤੁਰਦਾ ਹੈ। ਪਰ ਜਦੋਂ ਧਰਮ ਵਾਲੇ ਪਾਸੇ ਤੁਰਦਾ, ਇਹਨੂੰ ਪੁੱਛੋ ਮੰਜ਼ਿਲ ਕਿੱਥੇ ਜਾਣਾ ਤੂੰ? ਕੋਈ ਪਤਾ ਨਹੀਂ ਕਿਹੜੇ ਥਾਂ ਤੇ ਜਾਣਾ। ਮੰਜ਼ਿਲ ਕਿਹੜੀ ਧਾਰਮਿਕ ਬੰਦੇ ਦੀ? ਕਿੱਥੇ ਪਹੁੰਚਣਾ ਹੈ? ਪਹੁੰਚਣਾ ਹੈ ਕਿ ਮੈਂ ਆਪਣੇ ਅੰਦਰ ਦੀ ਜਿਹੜੀ ਮੈਂ ਹੈ ਉਹਨੂੰ ਛੱਡਣਾ ਤੇ ਤੂੰ ਨੂੰ ਪ੍ਰਗਟ ਕਰਨਾ ਹੈ, ਤੂੰ ਨੂੰ ਅੰਦਰੋਂ ਪੈਦਾ ਕਰਨਾ। ਤਾਂ ਇਸ ਤਰ੍ਹਾਂ ਇਹ ਘਰ ਛੱਡਿਆ। ਕਬੀਰ ਸਾਹਿਬ ਕਹਿੰਦੇ, ਗ੍ਰਹਿ ਤਜ, ਗ੍ਰਹਿ ਵੀ ਛੱਡ ਦਿੱਤਾ। ਇੱਥੇ ਇਹ ਨਾ ਅਰਥ ਕਰਨਾ ਵੀ ਇੱਥੇ ਘਰ ਦੇ ਵਿੱਚ ਰਹਿ ਕੇ ਰੱਬ ਮਿਲਦਾ, ਇਹ ਉਪਦੇਸ਼ ਨਹੀਂ। ਇਹ ਵਿਪਰੀਤ ਆਰਥਕ ਸ਼ਬਦ ਹੁੰਦੇ ਨੇ। ਵਿਪਰੀਤ ਦਾ ਮਤਲਬ ਅਸੀਂ ਗਲਤ ਸਮਝ ਜਾਂਦੇ ਹਾਂ। ਜਦੋਂ ਗੁਰੂ ਸਾਹਿਬ ਕਹਿਣਗੇ ਕਿ ਵੇਖ ਇਸ਼ਨਾਨ ਕੀਤਿਆਂ ਨਹੀਂ ਮਿਲਦਾ, ਜੇ ਇਸ਼ਨਾਨ ਕੀਤਿਆਂ ਮਿਲਦਾ ਹੋਵੇ ਤੇ ਮੈਂਡਕ, ਕਬੀਰ ਜੀ ਕਹਿੰਦੇ, ਰੋਜ਼ ਨਹਾਉਂਦੇ ਨੇ। ਬੰਦਾ ਕੀ ਕਰੇਗਾ? ਰਾਜੀ ਤੇ ਆਪ ਨਹੀਂ ਇਸ਼ਨਾਨ ਕਰਕੇ, ਪਾਣੀ ਨੂੰ ਤੇ ਹੱਥ ਨਹੀਂ ਲਾਉਣਾ ਚਾਹੁੰਦਾ। ਉਹ ਪੰਕਤੀ ਕੱਢ ਲੇਗਾ ਗੁਰੂ ਗ੍ਰੰਥ ਸਾਹਿਬ ਵਿੱਚੋਂ, ਵੇਖੋ ਪਾਣੀ ਦੇ ਇਸ਼ਨਾਨ ਕੀਤਿਆਂ ਨਹੀਂ ਰੱਬ ਮਿਲਦਾ। ਕਿਤੇ ਨਹੀਂ ਲਿਖਿਆ ਹੋਇਆ ਗੁਰੂ ਗ੍ਰੰਥ ਸਾਹਿਬ ਵਿੱਚ ਇਸ਼ਨਾਨ ਕੀਤਿਆਂ ਰੱਬ ਨਹੀਂ ਮਿਲਦਾ। ਉਹ ਸਿਰਫ ਕਹਿਣਾ ਚਾਹੁੰਦੇ ਵੀ ਇਸ਼ਨਾਨ ਸਾਧਨ ਹੈ, ਸਿੱਧੀ ਨਹੀਂ। ਇਸ਼ਨਾਨ ਮਾਰਗ ਹੈ, ਮੰਜ਼ਿਲ ਨਹੀਂ। ਇਹ ਨਾ ਸੋਚ ਲਈ ਇਸ਼ਨਾਨੀ ਹੋ ਗਏ, ਸ਼ੁੱਧ ਹੋ ਗਏ, ਪਵਿੱਤਰ ਹੋ ਗਏ ਤੇ ਪਰਮਾਤਮਾ ਦੀ ਪ੍ਰਾਪਤੀ ਹੋ ਗਈ। ਪਰ ਇਹਦੇ ਅਰਥ ਇਹ ਵੀ ਨਾ ਕੱਢਣਾ ਵੀ ਗੁਰੂ ਸਾਹਿਬ ਇਸ਼ਨਾਨ ਕਰਨ ਤੋਂ ਰੋਕ ਰਹੇ ਨੇ। ਜਦੋਂ ਇਸ ਤਰ੍ਹਾਂ ਦੇ ਸ਼ਬਦ ਆਉਂਦੇ ਨੇ, ਜਿਹਦੇ ਵਿੱਚ ਕਬੀਰ ਜੀ ਨੇ ਇੱਕ ਸ਼ਬਦ ਕਿਹਾ ਹੈ ਕਿ ਭਾਵੇਂ ਲਾਂਬੇ ਕੇਸ ਕਰ, ਭਾਵੇਂ ਘਰਰ ਮੁੰਡਾਏ।
ਹੁਣ ਧਿਆਨ ਦੇਣਾ, ਇਸ ਤਰ੍ਹਾਂ ਦੀਆਂ ਤੁਕਾਂ ਦੇ ਅਸੀਂ ਲਾਭ ਲੈਂਦੇ ਹਾਂ। ਅਸੀਂ ਕਹਿ ਦਿਆਂਗੇ ਕਬੀਰ ਸਾਹਿਬ ਕਹਿੰਦੇ ਨੇ ਕੇਸ ਰੱਖਣੇ ਨੇ ਰੱਖ ਲਓ, ਜੇ ਮਨਾਉਣੇ ਨੇ ਤੇ ਮਨਾ ਦਿਓ। ਇਹਦੇ ਅਰਥ ਇਹ ਹੈ ਨਹੀਂ। ਇਹ ਸ਼ਬਦ ਕਿਸੇ ਹੋਰ ਭਾਵ ਨੂੰ ਪ੍ਰਗਟ ਕਰਦੇ ਨੇ। ਕਬੀਰ ਸਾਹਿਬ ਇੱਕ ਪਾਸੇ ਜਿੰਨੇ ਕੇਸ ਰੱਖੇ ਨੇ ਉਹਨੂੰ ਕਹਿ ਰਹੇ ਨੇ ਇਹ ਨਾ ਸੋਚੀ ਕੱਲੇ ਕੇਸ ਰੱਖ ਕੇ ਹੀ ਤੂੰ ਰੱਬ ਨੂੰ ਮਿਲ ਪਾਏਗਾ। ਰੋਕ ਨਹੀਂ ਰਹੇ ਵੀ ਕੇਸ ਨਾ ਰੱਖ, ਰੋਕ ਨਹੀਂ ਰਹੇ। ਉਹਨੂੰ ਸੁਚੇਤ ਕਰ ਰਹੇ ਨੇ ਸੱਜਣਾ ਵੀ ਕੇਸਾਧਾਰੀ ਹੋਇਆ ਚੰਗੀ ਗੱਲ, ਇਹ ਸ਼ੁਰੂਆਤ ਤੂੰ ਚੰਗੀ ਕੀਤੀ ਹੈ, ਪਰ ਇਹ ਨਾ ਸੋਚੀ ਵੀ ਇਹ ਕੀਤਿਆਂ ਕਹਾਣੀ ਸਮਾਪਤ ਹੋ ਗਈ। ਦੂਜੇ ਪਾਸੇ ਇੱਕ ਬੰਦਾ ਘਰੜ ਮੁੰਡਾਏ, ਉਹ ਆਪਣੇ ਸਰੀਰ ਦੇ ਉੱਤੋਂ ਸਾਰੇ ਕੇਸ ਉਹਨੇ ਕਟਾ ਦਿੱਤੇ, ਭੱਦਣ ਕਰ ਦਿੱਤਾ। ਤੁਸੀਂ ਵੇਖਿਆ ਹੋਵੇਗਾ ਮੂੰਡ ਮੁੰਡਾਏ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਕਿ ਕਈ ਲੋਕ ਆਪਣਾ ਸਿਰ ਇਸ ਤਰ੍ਹਾਂ ਰਗੜ ਕੇ ਮੁੰਨ ਦਿੰਦੇ ਨੇ ਜਿਵੇਂ ਕੋਈ ਲੱਕੜ ਹੁੰਦੀ ਹੈ। ਉਹਨਾਂ ਨੂੰ ਸਮਝਾ ਰਿਹਾ ਕਿ ਇਸ ਤਰ੍ਹਾਂ ਵੀ ਨਹੀਂ, ਕਿਤੇ ਸੋਚੇ ਕਿ ਇਸ ਤਰ੍ਹਾਂ ਕੀਤਿਆਂ ਹੀ ਪਰਮਾਤਮਾ ਮਿਲੇਗਾ। ਉਹਨਾਂ ਦੇ ਕਹਿਣ ਦਾ ਮਤਲਬ ਕਿਸੇ ਸਾਧਨ ਨੂੰ ਵਰਤ ਕੇ ਉਹਦੇ ਹੰਕਾਰ ਵਿੱਚ ਬੰਦਾ ਨਾ ਫਸੇ, ਨਾ ਤੇ ਭੱਦਣ ਵਾਲਾ ਤੇ ਨਾ ਰੱਖਣ ਵਾਲਾ। ਗੱਲ ਵੱਖਰੀ ਏ, ਨਾ ਉਹ ਮੈਲੇ ਕੱਪੜੇ ਪਾਇਆ ਖੁਸ਼ ਹੁੰਦਾ ਹੈ ਤੇ ਨਾ ਉਹ ਸਫੈਦ ਪਾਇਆ ਖੁਸ਼ ਹੁੰਦਾ ਹੈ, ਨਾ ਉਹ ਬਹੁਤਾ ਖਾਇਆ ਖੁਸ਼ ਹੁੰਦਾ ਹੈ ਕਿ ਬੰਦਾ ਖਾਂਦਾ ਰਹੇ ਤੇ ਨਾ ਉਹ ਭੁੱਖੇ ਰਿਹਾ ਖੁਸ਼ ਹੁੰਦਾ ਹੈ, ਨਾ ਉਹ ਜ਼ਿਆਦਾ ਸੁੱਤਿਆਂ ਖੁਸ਼ ਹੁੰਦਾ। ਤੇ ਇਹ ਤੇ ਸਿਰਫ ਆਪਣੇ ਜੀਵਨ ਦੇ ਅਨੁਸਾਰ ਚੀਜ਼ਾਂ ਜਿਹੜੀਆਂ ਨੇ ਸਾਨੂੰ ਆਪ ਸੈੱਟ ਕਰਨੀਆਂ ਹੁੰਦੀਆਂ ਨੇ। ਇਹਨਾਂ ਨਾਲ ਇਹ ਨਾ ਸਮਝ ਲੈਣਾ ਵੀ ਪ੍ਰਾਪਤੀ ਹੈ। ਥੋੜਾ ਜਿਹਾ ਕੋਈ ਵਿਅਕਤੀ ਖਾਣਾ ਪੀਣਾ ਘੱਟ ਕਰਦਾ ਹੈ ਤੇ ਸਿੱਧਾ ਨਾ ਕਹੇਗਾ, ਵਲ ਫੇਰ ਕੇ ਗੱਲ ਕਰ ਹੀ ਜਾਏਗਾ, ਬਸ ਇੰਨਾ ਕੋਈ ਖਾਈਦਾ, ਕੋਈ ਫਰਕ ਨਹੀਂ, ਬਹੁਤ ਛੱਡ ਦਿੱਤਾ ਜੀ। ਹੁਣ ਉੱਥੇ ਰੁਕ ਗਿਆ, ਉਹਦਾ ਇੱਕ ਹੰਕਾਰ ਬਣ ਗਿਆ। ਕਰਮ ਚੰਗਾ ਸੀ, ਕਰਮ ਦੇ ਵਿੱਚ ਮੈਲ ਆ ਗਈ, ਮੈਂ ਬਣ ਗਈ ਘੱਟ ਖਾਣ ਦੀ। ਘੱਟ ਸੌਂਦਾ ਸੀ, ਹੁਣ ਗੱਲ ਬਾਤ ਦੇ ਵਿੱਚ ਵਲ ਫੇਰ ਪਾ ਕੇ ਦੱਸਣਾ ਚਾਹੁੰਦਾ ਮੈਂ ਸੌਂਦਾ ਬੜਾ ਘੱਟ ਹਾਂ। ਮੈਲ ਲੱਗਣੀ ਸ਼ੁਰੂ ਹੋ ਗਈ। ਕੋਈ ਵੀ ਕਰਮ ਭਾਵੇਂ ਉਹ ਚੰਗਾ ਵੀ ਕਿਉਂ ਨਹੀਂ, ਜਿਹਦੇ ਵਿੱਚ ਬੰਦਾ ਉਸ ਕੰਮ ਨੂੰ ਕਰਕੇ ਸੋਚਦਾ ਹੈ ਕਿ ਕੀਤਾ ਹੈ ਤੇ ਹੁਣ ਮੈਂ ਸੰਪੂਰਨ ਹੋ ਗਿਆ, ਉਹੀ ਉਹਦੇ ਵਾਸਤੇ ਬੰਧਨ ਬਣ ਜਾਂਦਾ ਹੈ। ਖਿਆਲ ਰੱਖਣਾ, ਮੈਂ ਕਈ ਵਾਰੀ ਉਦਾਹਰਨ ਦਿੱਤੀ ਹੈ, ਰਾਹ ਵਿੱਚ ਕੰਡੇ ਖਿਲਰੇ ਹੋਣ, ਉਹਨਾਂ ਤੋਂ ਬਚਣ ਦਾ ਇੱਕ ਸਾਧਨ ਹੈ ਕਿ ਜੋੜਾ ਪੈਰਾਂ ਵਿੱਚ ਪਾਈਏ, ਜੁੱਤੀ ਪਾਈ ਹੈ ਤਾਂ ਕਿ ਕੰਡਿਆਂ ਤੋਂ ਬੰਦਾ ਬਚੇ। ਪਰ ਕਦੀ ਕਦੀ ਕੀ ਹੁੰਦਾ ਹੈ, ਜੋੜੇ ਨੂੰ ਪਾਇਆ, ਜੁੱਤੀ ਪਾਇਆ, ਕੰਡਿਆਂ ਤੋਂ ਤੇ ਬਚ ਜਾਈਦਾ ਹੈ। ਕਈ ਵਾਰੀ ਉਸ ਜੁੱਤੀ ਦੇ ਵਿਚਲੇ ਕਿੱਲ ਜਿਹੜੇ ਨੇ ਉਹ ਹੀ ਬੰਦੇ ਨੂੰ ਚੁੱਭਣ ਲੱਗ ਪੈਂਦੇ ਨੇ, ਉਹਦੇ ਤੋਂ ਵੀ ਖਤਰਨਾਕ ਕੰਡਾ ਤੇ ਕਦੀ ਕਿਤੇ ਆਉਂਦਾ ਹੈ ਨਾ, ਬੰਦਾ ਉਹਦੇ ਤੋਂ ਇੱਧਰ ਉੱਧਰ ਪੈਰ ਰੱਖ ਕੇ ਨਿਕਲ ਹੀ ਜਾਏਗਾ। ਤੇ ਜੇ ਜੁੱਤੀ ਵਿਚਲਾ ਕਿੱਲ ਚੁੱਭਣ ਲੱਗ ਪਿਆ, ਉਹ ਤੇ ਹਰ ਇੱਕ ਕਦਮ ਤੇ ਚੁੱਭਦਾ ਹੈ, ਉਹ ਤੇ ਹਰ ਇੱਕ ਕਦਮ ਤੇ ਚੁੱਭਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਸਾਧਨ ਨੇ ਸਾਰੇ ਧਰਮ ਦੇ, ਪਰ ਜੇ ਤੇਰੀ ਜ਼ਿੰਦਗੀ ਵਿੱਚ ਹਉਮੈ ਦਾ ਕਿੱਲ ਆ ਗਿਆ ਤੇ ਇੱਕ ਇੱਕ ਕਦਮ ਤੇ ਜਿੰਨਾ ਤੁਰੇਗਾ ਓਨਾ ਹੀ ਚੁੱਭੇਗਾ। ਜਦੋਂ ਤੁਰੇਗਾ ਉਦੋਂ ਹੀ ਚੁੱਭੇਗਾ। ਜਿਉਂ ਜਿਉਂ ਚੱਲੈ ਚੁੱਭੈ, ਜਿਉਂ ਅਸੀਂ ਪੈਰ ਚੁੱਕਾਂਗੇ ਨਾਲ ਹੀ ਚੁੱਭੇਗਾ ਹੰਕਾਰ ਦਾ ਕੰਡਾ। ਜਿਉਂ ਜਿਉਂ ਚੱਲੈ ਹੈ ਚੁੱਭੈ ਦੁੱਖ ਪਾਵੈ, ਬੰਦਾ ਦੁਖੀ ਹੁੰਦਾ ਹੰਕਾਰ ਕਰਕੇ। ਜਮਕਾਲ ਸਹਿ ਸਿਰ ਡੰਡਾ ਹੈ, ਉਹ ਜਮਾਂ ਦਾ ਡੰਡਾ ਉਹਦੇ ਸਿਰ ਤੇ ਖੜਾ ਰਹਿੰਦਾ ਹੈ ਔਰ ਇਹ ਹੰਕਾਰ ਉਹਨੂੰ ਦੁਖੀ ਕਰਦਾ ਰਹਿੰਦਾ ਹੈ। ਹੰਕਾਰ ਕਰਕੇ ਹੀ ਤੇ ਬੰਦਾ ਇੱਥੇ ਹਰ ਇੱਕ ਵੈਰ ਵਿਰੋਧ ਵਿੱਚ ਪੈਂਦਾ ਹੈ। ਹੰਕਾਰ ਕਰਕੇ ਛੋਟਾ ਬੰਦਾ, ਕਮਜ਼ੋਰ ਬੰਦਾ ਹੀਨਤਾ ਵਿੱਚ ਚਲਾ ਜਾਂਦਾ ਕਿ ਮੈਂ ਦੂਜੇ ਦੇ ਬਰਾਬਰ ਨਹੀਂ, ਮੈਂ ਨੀਵਾਂ ਹਾਂ। ਹੰਕਾਰ ਕਰਕੇ ਵੱਡਾ ਬੰਦਾ ਇਸ ਡਰ ਵਿੱਚ ਰਹਿੰਦਾ ਹੈ ਕਿ ਜੇ ਇਸ ਵਡਿਆਈ ਵਿੱਚ ਕੋਈ ਫਰਕ ਪੈ ਗਿਆ ਮੈਂ ਦੁਖੀ ਹੋ ਜਾਣਾ ਹੈ। ਅਸਲ ਵਿੱਚ ਉਹ ਬੰਦਾ ਨਹੀਂ ਦੁਖੀ ਹੁੰਦਾ, ਉਹਦਾ ਮਨ ਦੁਖੀ ਹੁੰਦਾ ਹੈ। ਹੰਕਾਰ ਦੀ ਖੁਰਾਕ ਮਨ ਦੀ ਖੁਰਾਕ ਹੈ, ਆਦਮੀ ਦੀ ਖੁਰਾਕ ਨਹੀਂ ਹੈ। ਉਹਦੇ ਮਨ ਦੀ ਦੁਨੀਆ ਹੈ। ਉਹ ਹੰਕਾਰ ਘਟੇ, ਚਾਰ ਬੰਦੇ ਸਤਿਕਾਰ ਕਰਦੇ ਨੇ, ਉਹਨਾਂ ਵਿੱਚੋਂ ਇੱਕ ਨੇ ਨਾ ਕੀਤਾ, ਚੋਟ ਲੱਗ ਗਈ, ਕਿਹਨੂੰ ਲੱਗੀ? ਆਦਮੀ ਨੂੰ ਥੋੜਾ ਲੱਗਦੀ ਹੈ।
ਬੰਦੇ ਦੀ ਖੁਰਾਕ ਹੰਕਾਰ ਨਹੀਂ, ਬੰਦੇ ਦੀ ਖੁਰਾਕ ਤੇ ਨਾਮ ਹੈ। ਇਹ ਹੰਕਾਰ ਦੀ ਖੁਰਾਕ ਮਨ ਨੂੰ ਮਿਲਦੀ ਏ, ਤੇ ਜਦੋਂ ਹੰਕਾਰ ਪੂਰਾ ਨਹੀਂ ਹੁੰਦਾ, ਬੰਦਾ ਪਰਤ ਕੇ ਆਪਣੀ ਹਰ ਇੱਕ ਚੀਜ਼ ਦੇ ਵਿੱਚੋਂ ਵਡਿਆਈ ਸ਼ੋਭਾ ਸੁਣਨੀ ਚਾਹੁੰਦਾ ਹੈ। ਕਿਤੇ ਬਰੀਕ ਥਾਂ ਤੇ ਬੈਠਾ ਹੋਇਆ ਸਭ ਕੁਝ, ਤਾਂ ਇਸ ਨੂੰ ਰੋਕਣ ਦਾ ਯਤਨ ਕਰ ਰਹੇ ਨੇ ਕਿ ਕਈ ਕਰਮ ਕੀਤੇ। ਕਬੀਰ ਸਾਹਿਬ ਕਹਿੰਦੇ ਗ੍ਰਹਿ ਤਜ ਬਨ ਖੰਡ ਜਾਈਐ। ਬਨ ਖੰਡ ਦਾ ਅਰਥ ਹੈ ਜੰਗਲ ਦੀ ਧਰਤੀ। ਚੁਣ ਖਾਈਐ ਕੰਦਾ। ਕੰਧ ਕਹਿੰਦੇ ਨੇ ਜੜ੍ਹਾਂ ਪੁੱਟ ਕੇ ਖਾਣੀਆਂ। ਪੁਰਾਣੇ ਯੋਗੀ ਸਨ ਜਿਹੜੇ ਘਰਾਂ ਵਿੱਚੋਂ ਚਲੇ ਜਾਂਦੇ ਸਨ ਸਾਧਨਾ ਕਰਨ ਵਾਸਤੇ। ਸਾਧਨਾ ਕਰਨ ਵਾਸਤੇ ਚਲੇ ਜਾਂਦੇ ਸੀ। ਕਾਹਦੇ ਵਾਸਤੇ? ਨਾ ਦੂਜਾ ਮਿਲੇ, ਨਾ ਕ੍ਰੋਧ ਆਵੇ, ਨਾ ਅੰਦਰ ਸੜੇ, ਇਕੱਲੇ ਹੋ ਜਾਓ। ਨਾ ਕੋਈ ਦੂਜਾ ਮਿਲੇ, ਨਾ ਵਾਸ਼ਨਾ ਜਾਗੇ, ਇਕੱਲੇ ਹੋ ਜਾਓ। ਨਾ ਹੰਕਾਰ, ਨਾ ਕਿਸੇ ਚੀਜ਼ ਦੀ ਲੋੜ, ਲੋਭ ਵੀ ਮਰੇਗਾ, ਇਸ ਵਾਸਤੇ ਜਾਂਦੇ ਨੇ। ਉੱਥੇ ਗਏ, ਖੁਰਾਕ ਵੀ ਬੰਦ ਕਰ ਦਿੱਤੀ। ਖਾਧਾ ਕੀ? ਰੁੱਖਾਂ ਦੀਆਂ ਜੜ੍ਹਾਂ ਪੁੱਟ-ਪੁੱਟ ਕੇ ਖਾਧੀਆਂ। ਉਹਨਾਂ ਜੜ੍ਹਾਂ ਦੇ ਵਿੱਚ ਕਿਹੜੇ ਤੱਤ ਹੁੰਦੇ ਨੇ? ਜਿਹੜੇ ਵਾਸ਼ਨਾ ਨਹੀਂ ਪੈਦਾ ਹੋਣ ਦਿੰਦੇ। ਉਹ ਖਾ ਖਾ ਕੇ ਨਾ ਇੱਕ ਵਾਰੀ ਲੱਗਾ ਕਿ ਵਾਸ਼ਨਾ ਬੰਦ ਹੋ ਗਈ, ਖਤਮ ਹੋ ਗਈ। ਪਰ ਇਹ ਉਹਨਾਂ ਦਾ ਭੁਲੇਖਾ ਸੀ। ਖੁਰਾਕ ਬੰਦ ਕਰ ਦਿੱਤੀ, ਭੁਲੇਖਾ ਪੈ ਗਿਆ। ਵਾਸ਼ਨਾ ਨਹੀਂ ਗਈ, ਉਹ ਤੇ ਅਨਾਜ ਬੰਦ ਕਰ ਦਿੱਤਾ ਤਾਂ ਹੋਇਆ ਸੀ। ਗ੍ਰਹਿ ਤਜ ਬਨ ਖੰਡ ਜਾਈਐ, ਚੁਣ ਖਾਈਐ ਕੰਧਾ। ਉਹ ਵਿਅਕਤੀ ਜਿਉਂ ਹੀ ਸੰਸਾਰ ਵਿੱਚ ਆਏਗਾ, ਉਹ ਪ੍ਰਵਿਰਤੀ ਫਿਰ ਲਾਗੂ ਹੋ ਜਾਏਗੀ। ਉਹਦੀ ਜੜ ਕਿਤੇ ਹੋਰ ਹੈ, ਕਿਸੇ ਡੂੰਘੀ ਥਾਂ ਤੇ ਉਹਦੀ ਜੜ ਖੜੀ ਹੋਈ ਹੈ। ਇਸ ਲਈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਹੋਰ ਇਹਦੀ ਤਾਕੀਦ ਬੜੇ ਖੁੱਲੇ ਸ਼ਬਦਾਂ ਵਿੱਚ ਕਰ ਦਿੰਦੇ ਨੇ। ਉਹਨਾਂ ਨੇ ਬਚਨ ਕੀਤਾ, ਨਿਮਖ ਨਿਮਖ ਕਰ ਸਰੀਰ ਕਟਾਵੈ, ਤਉ ਪੀ ਹਉ ਮੈਂ ਮੈਲ ਨਾ ਜਾਵੇ। ਜੇ ਕੋਈ ਬੰਦਾ ਆਪਣੇ ਸਰੀਰ ਨੂੰ ਇੱਕ ਇੱਕ ਇੰਚ ਵੀ ਕਟਾ ਦੇ ਕਿ ਇਹਦੇ ਕਟਾਇਆ ਮੇਰੀ ਹਉਮੈ ਮਰੇਗੀ। ਹਉਮੈ ਹੋਰ ਚੀਜ਼, ਹੋਰ ਕਿਸੇ ਥਾਂ। ਜਿੱਥੇ ਬਿਮਾਰੀ ਬੈਠੀ ਜੇ ਉੱਥੇ ਦਵਾਈ ਨਾ ਜਾਵੇ ਤੇ ਸਰੀਰ ਕੀ ਕਰੇਗਾ? ਰੋਗ ਲੱਗਾ ਜੜ ਵਿੱਚ, ਪੱਤਿਆਂ ਤੇ ਸਪਰੇਅ ਦੇ ਕੀ ਅਰਥ ਨੇ? ਦਵਾਈ ਤੇ ਉੱਥੇ ਜਾਏ। ਹੰਕਾਰ ਦੀ ਜੜ ਕਿਤੇ ਮਨ ਵਿੱਚ। ਹਾਂ, ਸਾਧਨ ਜ਼ਰੂਰ ਸਿਰੇ ਖਿਆਲ ਰੱਖਣਾ। ਸਾਧਨ ਸਰੀਰ ਹੀ ਹੈ, ਮਨ ਤੱਕ ਕੋਈ ਵੀ ਚੀਜ਼ ਭੇਜਣੀ ਹੈ, ਹੋਰ ਕੋਈ ਰਾਹ ਨਹੀਂ। ਸਰੀਰ ਦੇ ਰਾਹੀਂ ਜਾਏਗੀ। ਪਰ ਦਵਾਈ ਤਾਂ ਠੀਕ ਹੋਵੇ ਨਾ, ਦਵਾਈ ਠੀਕ ਹੋਵੇ। ਇਸ ਕਰਕੇ ਗੁਰੂ ਸਾਹਿਬ ਨੇ ਕਿਹਾ, ਜਿੰਨੇ ਤੈਨੂੰ ਰੋਗ ਨੇ ਉਹਨਾਂ ਸਾਰਿਆਂ ਦੀ ਦਵਾਈ ਹੈ ਨਾਮ। ਤੇ ਰੋਗ ਤੇਰੇ ਮਨ ਵਿੱਚ ਹੈ, ਤਨ ਵਿੱਚ ਨਹੀਂ ਹੈ। ਬਿਲਕੁਲ ਤਨ ਵਿੱਚ ਕੋਈ ਵਿਕਾਰ ਨਹੀਂ ਹੈ, ਬਿਲਕੁਲ 100% ਖਾਲੀ ਹੈ। ਵਿਕਾਰ ਮਨ ਵਿੱਚ ਹੈ, ਦਵਾਈ ਨਾਮ ਹੈ। ਤੇ ਮਨ ਲੱਭਦਾ ਨਹੀਂ, ਕਿੱਥੇ ਪਾਈਏ? ਜੇ ਨਾਮ ਔਖਦੀ ਹੈ, ਸਰਬ ਰੋਗ ਕਾ ਔਖਦ ਨਾਮ, ਤਾਂ ਦਵਾਈ ਕਿੱਥੇ ਭੇਜੀਏ? ਮਨ ਵਿੱਚ ਨੇ ਰੋਗ ਸਾਰੇ, ਉੱਥੇ ਲੁਕ ਕੇ ਬੈਠੇ ਨੇ ਤੇ ਮਨ ਲੱਭਦਾ ਨਹੀਂ। ਕਿੱਥੋਂ ਲੱਭੋਗੇ? ਇਹ ਮਨ ਕੈਠੇ ਰਹਤਾ। ਇਹ ਮਨ ਕਿੱਥੇ ਰਹਿੰਦਾ ਹੈ? ਤੁਸੀਂ ਇੱਕ ਥਾਂ ਤੇ ਦਵਾਈ ਪਾਓਗੇ, ਦੂਜੇ ਥਾਂ ਤੇ ਚਲਾ ਜਾਏਗਾ। ਉਹਨੇ ਥਾਂ ਬਦਲ ਜਾਣੀ ਹੈ। ਬੜਾ ਤੇਜ਼ ਤਰਾਰ ਹੈ, ਕਬ ਹੂੰ ਜੀੜਾ ਊਬ ਚੜਤਾ ਹੈ, ਕਬ ਹੂੰ ਜਾਏ ਪਿਆਲੇ। ਕਿੱਥੇ? ਉਹ ਪਕੜਿਆ ਨਹੀਂ ਜਾਂਦਾ। ਤੇ ਸਤਿਗੁਰੂ ਨੇ ਫਿਰ ਇੱਕ ਬਹੁਤ ਵਧੀਆ ਤਰੀਕਾ, ਕਿਉਂਕਿ ਮਨ ਤੱਕ ਜਿਹੜੀ ਚੀਜ਼ ਭੇਜਣੀ ਹੈ ਕੋਈ ਸਿੱਧੀ ਨਹੀਂ ਭੇਜ ਸਕਦਾ। ਸਰੀਰ ਨੂੰ ਵਿੱਚ ਲਿਆਉਣਾ ਪਏਗਾ, ਸਰੀਰ ਨੂੰ ਸਾਧਨ ਬਣਾਉਣਾ ਪਏਗਾ। ਤੇ ਮਨ ਤੱਕ ਜੇ ਨਾਮ ਭੇਜਣਾ ਹੈ ਤੇ ਦੋ ਚੀਜ਼ਾਂ ਦੀ ਵਰਤੋਂ ਸਿਖਾਈ ਗੁਰੂ ਸਾਹਿਬ ਨੇ, ਰਸਨਾ ਦੀ ਤੇ ਕੰਨਾਂ ਦੀ। ਕਹਿੰਦੇ ਰਸਨਾ ਨਾਲ ਜਪ, ਕੰਨਾਂ ਨਾਲ ਸੁਣ, ਮਨ ਤੱਕ ਚੀਜ਼ਾਂ ਜਾਣੀਆਂ ਸ਼ੁਰੂ ਹੋ ਜਾਣਗੀਆਂ। ਸ਼ਬਦ ਮਨ ਦੇ ਵਿੱਚ ਪੈਣੇ ਸ਼ੁਰੂ ਹੋ ਜਾਣਗੇ। ਫਿਰ ਗੁਰੂ ਸਾਹਿਬ ਨੇ ਸਾਰੇ ਸਰੀਰ ਦੀ ਬਣਤਰ, ਇਹਦਾ ਬਹਿਣਾ ਉੱਠਣਾ ਸ਼ੁੱਧ ਕਰਨ ਵਾਸਤੇ ਕਿਹਾ, ਵੇਖਣਾ ਠੀਕ ਕਰਨ ਵਾਸਤੇ ਕਿਹਾ। ਸਰੀਰ ਹੈ ਇੰਜੈਕਸ਼ਨ, ਨਾਮ ਹੈ ਦਵਾਈ। ਇਹਦੇ ਰਾਹੀਂ ਨਾਮ ਮਨ ਵਿੱਚ ਜਾਏਗਾ। ਫਿਰ ਉਹ ਦਵਾਈ ਵੀ ਸੋਧੀ ਹੋਈ ਹੋਵੇ। ਉਹ ਨਾਮ ਜਿਹੜਾ ਹੈ, ਇੱਕ ਦਵਾਈ ਸਿੱਧੀ ਖਾਣੀ ਬੜੀ ਖਤਰਨਾਕ, ਬਿਨਾਂ ਕਿਸੇ ਪਰਫੈਕਟ ਡਾਕਟਰ ਤੋਂ ਬਿਨਾਂ। ਦਵਾਈਆਂ ਦੇ ਤੇ ਸਟੋਰ ਭਰੇ ਪਏ ਨੇ।
ਅੱਜ ਅਸੀਂ ਵੀ ਕਹਿੰਦੇ ਹਾਂ ਕਿ ਨਾਮ ਉਹੀ ਹੈ ਜਿਹੜਾ ਤੁਸੀਂ ਜਪਦੇ ਹੋ, ਗੁਰੂ ਵਾਲੇ ਬਣ ਕੇ ਨਾਮ ਅਸੀਂ ਵੀ ਉਹੀ ਜਪਨੇ ਹਾਂ। ਗੁਰੂ ਤੁਹਾਡੇ ਨੇ, ਗੁਰੂ ਗ੍ਰੰਥ ਸਾਹਿਬ ਸਾਡੇ ਨਹੀਂ ਹੋ ਸਕਦੇ, ਪੰਜਾਬੀ ਸਾਨੂੰ ਵੀ ਆਉਂਦੀ ਹੈ, ਕੀ ਫਰਕ ਪੈ ਗਿਆ? ਗਿਆਨ ਭਰਿਆ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ, ਗੁਰੂ ਧਾਰਿਆ ਗੁਰੂ ਗ੍ਰੰਥ ਸਾਹਿਬ ਜੀ ਨੂੰ। ਗਿਆਨ ਤੇ ਅਸੀਂ ਕਿਤੋਂ ਵੀ ਲੈ ਸਕਦੇ ਹਾਂ, ਗਿਆਨ ਗੀਤਾ ਵਿੱਚੋਂ ਵੀ ਸੁਣਿਆ ਜਾ ਸਕਦਾ ਹੈ। ਚਾਰ ਜਿਹੜੇ ਸ਼ਾਸਤਰ ਨੇ, 4 ਵੇਦ ਨੇ, ਸ਼ਾਸਤਰ ਨੇ 6, 27 ਸਿਮਰਤੀਆਂ ਨੇ, ਬਾਈਬਲ ਹੈ, ਕੁਰਾਨ ਹੈ, ਉਪਨਿਸ਼ਦ ਨੇ। ਗੀਤਾ 2 ਪ੍ਰਕਾਰ ਦੀ, ਅਸ਼ਟਾਵਕਰ ਦੀ ਗੀਤਾ ਵੱਖਰੀ ਹੈ, ਦੁਨੀਆ ਦਾ ਸ੍ਰੇਸ਼ਟ ਗਿਆਨ ਹੈ ਉਹਦੇ ਵਿੱਚ। ਇੱਕ ਨਹੀਂ, ਹਜ਼ਾਰਾਂ ਦੀ ਗਿਣਤੀ ਵਿੱਚ ਭਗਤਾਂ ਦੇ ਪ੍ਰਵਚਨ ਇਸ ਧਰਤੀ ਤੇ ਮੌਜੂਦ ਨੇ, ਜਿਹਨੂੰ ਮਰਜ਼ੀ ਸੁਣ ਸਕਨੇ ਆ। ਸੁਣ ਕੇ ਇੱਕ ਭਰਮ ਪੈਦਾ ਹੁੰਦਾ ਕਿ ਪਹੁੰਚ ਗਏ, ਕਲਪਨਾ ਪੈਦਾ ਹੋ ਜਾਂਦੀ ਹੈ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਹੈ, ਅਸੀਂ ਸੁਣ ਕੇ ਕਹਾਂਗੇ ਸਾਨੂੰ ਗਿਆਨ ਮਿਲ ਗਿਆ, ਪਰ ਸਾਡਾ ਸਿਸਟਮ ਹੈ ਨਹੀਂ, ਸਾਡੇ ਕੋਲ ਗੁਰੂ ਸਾਡਾ ਹੈ ਨਹੀਂ। ਗੁਰੂ ਤਾਂ ਹੈ ਨਹੀਂ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਬਣਾਇਆ ਕਿ ਨਹੀਂ। ਯਾਦ ਰੱਖੋ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਗੁਰੂ ਸਨ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਨ, ਉਦੋਂ ਵੀ ਗੁਰੂ ਸਨ। ਗੁਰੂ ਗ੍ਰੰਥ ਸਾਹਿਬ ਕਿਹਾ ਹੈ ਨਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ, ਇਹ ਤਾਂ ਇੱਕ ਸਿਰਫ ਫਾਈਨਲ ਸਿਸਟਮ ਸੀ ਕਰਨਾ। ਗੁਰੂ ਤੇ ਗੁਰੂ ਨਾਨਕ ਦੇਵ ਜੀ ਦੇ ਸਮੇਂ ਵੀ ਗੁਰਬਾਣੀ ਸੀ। ਗੁਰੂ ਅਰਜਨ ਦੇਵ ਜੀ ਦੇ ਸਮੇਂ ਤੇ ਪ੍ਰਕਾਸ਼ ਹੀ ਹੋ ਗਿਆ ਹਰਿਮੰਦਰ ਸਾਹਿਬ ਦੇ ਵਿੱਚ। ਪੂਰਾ ਤਖਤ ਲੱਗਦਾ ਸੀ, ਚੰਦੋਵਾ ਲੱਗਦਾ ਸੀ, ਬਿਲਕੁਲ ਸਤਿਕਾਰ ਹੁੰਦਾ ਸੀ। ਤੁਸੀਂ ਸੁਣਿਆ ਹੋਵੇਗਾ ਗੁਰੂ ਅਰਜਨ ਦੇਵ ਜੀ ਦੇ ਟਾਈਮ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖ ਆਸਣ ਹੁੰਦਾ ਸੀ, ਗੁਰੂ ਅਰਜਨ ਦੇਵ ਜੀ ਜ਼ਮੀਨ ਤੇ ਸੌਂਦੇ ਰਹੇ 2 ਸਾਲ ਸ਼ਹਾਦਤ ਤੋਂ ਪਹਿਲਾਂ। ਤਾਂ ਉਦੋਂ ਵੀ ਗੁਰੂ ਗ੍ਰੰਥ ਸਾਹਿਬ ਗੁਰੂ ਸੀ, ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ, ਸ਼ਬਦ ਨੂੰ ਗੁਰੂ ਧਾਰਨ ਕਰਨ ਵਾਸਤੇ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਲਿਆਉਣਾ ਪੈਂਦਾ ਸੀ। ਉਹਨਾਂ ਦਾ ਸਰੀਰ ਵਿੱਚ ਦੇਹ ਆਉਂਦੀ ਸੀ, ਬਿਲਕੁਲ ਸਾਫ਼ ਹੈ, ਕੋਈ ਓਲਾ ਨਹੀਂ ਹੈ। ਵਿੱਚ ਦੇਹ ਆਉਂਦੀ ਸੀ। ਗੁਰੂ ਨਾਨਕ ਦੇਵ ਜੀ ਸਿੱਖ ਨੂੰ ਕਹਿੰਦੇ ਸਨ, ਸਿੱਖਾ ਕਹੋ ਵਾਹਿਗੁਰੂ। ਉਹ ਵਾਹਿਗੁਰੂ ਕਹਿੰਦਾ ਸੀ ਤੇ ਸਿੱਖ ਡਾਇਰੈਕਟ ਸ਼ਬਦ ਨਾਲ ਜੁੜ ਜਾਂਦਾ ਸੀ। ਗੁਰੂ ਨਾਨਕ ਸਾਹਿਬ ਫਿਰ ਰਾਹ ਦੱਸ ਦਿੰਦੇ ਸਨ, ਕਹਿੰਦੇ ਸਨ ਜੁੜ ਹੁਣ ਸ਼ਬਦ ਦੇ ਨਾਲ, ਹੁਣ ਮੇਰਾ ਕੰਮ ਨਹੀਂ ਵਿਚ ਰਿਹਾ, ਤੂੰ ਆਪਣਾ ਕੰਮ ਕਰ, ਹੁਣ ਕਮਾ ਹੁਣ ਇਸ ਬਾਣੀ ਦੇ ਉਪਦੇਸ਼, ਹੁਣ ਤੂੰ ਸਿੱਧਾ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਜਾ। ਜੇ ਇਹਦੀ ਉਦਾਹਰਨ ਲੈਣੀ ਹੋਵੇ ਤੇ ਇੱਕ ਉਦਾਹਰਨ ਵੀ ਮੈਂ ਤੁਹਾਡੇ ਨਾਲ ਸਾਂਝੀ ਕਰ ਦਿਆਂ। ਗੁਰੂ ਨਾਨਕ ਦੇਵ ਜੀ ਨੇ ਵੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ, ਸਿੱਖਾਂ ਨੂੰ ਬਾਣੀ ਨਾਲ ਜੋੜਿਆ। ਗੁਰੂ ਅੰਗਦ ਦੇਵ ਜੀ ਨੇ ਫਿਰ ਉਸੇ ਬਾਣੀ ਨਾਲ, ਸ਼ਬਦ ਨਾਲ ਜੋੜਿਆ ਗੁਰਸਿੱਖਾਂ ਨੂੰ। ਸਰੀਰ ਗੁਰੂ ਅੰਗਦ ਦੇਵ ਜੀ ਦਾ ਵਿੱਚ ਆ ਗਿਆ। ਸਾਰੇ ਗੁਰੂ ਬਾਣੀ ਨਾਲ, ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਰਹੇ। ਤੇ ਗੁਰੂ ਰਾਮਦਾਸ ਜੀ ਨੇ ਤੇ ਕਹਿ ਵੀ ਦਿੱਤਾ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੈ। ਪ੍ਰਤੱਖ ਗੁਰੂ ਕੌਣ ਹੈ? ਧਿਆਨ ਦੇਣਾ, ਇਹ ਸ਼ਬਦ ਬਹੁਤ ਮਹਿੰਗੇ ਨੇ। ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨੇ, ਗੁਪਤ ਗੁਰੂ ਨੇ। ਜੇ ਕੋਈ ਜਪੇਗਾ ਤੇ ਪ੍ਰਗਟ ਹੋ ਜਾਣਗੇ ਜੀਵਨ ਵਿੱਚ, ਨਹੀਂ ਤੇ ਸਿੱਖ ਆਪਣੀ ਥਾਂ ਤੇ ਗੁਰੂ ਆਪਣੀ ਥਾਂ। ਪ੍ਰਗਟ ਪ੍ਰਤੱਖ ਗੁਰੂ ਕੌਣ ਹੈ? ਪ੍ਰਤੱਖ ਗੁਰੂ ਕਿਹਨੂੰ ਕਿਹਾ ਹੈ? ਪ੍ਰਤੱਖ ਗੁਰੂ ਸੀ ਗੁਰੂ ਨਾਨਕ ਦੇਵ ਜੀ ਦੀ ਦੇਹ, ਗੁਰੂ ਅੰਗਦ ਦੇਵ ਜੀ ਦੀ ਦੇਹ। ਉਹ ਪ੍ਰਤੱਖ ਗੁਰੂ ਸੀ, ਉਹ ਬੋਲਦਾ ਸੀ, ਬੋਲ ਕੇ ਕਹਿੰਦਾ ਸੀ ਕਿ ਜੁੜੋ ਸ਼ਬਦ ਨਾਲ, ਜੁੜੋ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਨਾਲ। ਇਹ ਨਹੀਂ ਮੈਂ ਕਹਿ ਰਿਹਾ ਵੀ ਗੁਰੂ ਗ੍ਰੰਥ ਸਾਹਿਬ ਬੋਲਦੇ ਨਹੀਂ, ਬੋਲਦੇ ਉਹ ਹੀ ਸਨ, ਪਰ ਦੇਹ ਵਰਤੀ ਜਾਂਦੀ ਸੀ ਗੁਰੂ ਨਾਨਕ ਦੇਵ ਜੀ ਦੀ, ਦੇਹ ਵਿੱਚ ਆਉਂਦੀ ਸੀ। ਔਰ ਇਹਦੀ ਇੱਕ ਪੱਕੀ ਉਦਾਹਰਨ ਹੈ ਕਿ ਜਿਹੜੇ ਸਿੱਖ ਨੇ ਗੁਰੂ ਨਾਨਕ ਦੇਵ ਜੀ ਦੇ ਵੇਲੇ ਗੁਰੂ ਧਾਰਨ ਕੀਤਾ, ਬਾਬਾ ਬੁੱਢਾ ਜੀ ਦੀ ਉਦਾਹਰਨ ਲੈ ਲਈ ਹੈ। ਉਹਨਾਂ ਨੂੰ ਇੱਕ ਵਾਰੀ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਨਾਲ ਜੋੜ ਦਿੱਤਾ, ਗੁਰਬਾਣੀ ਨਾਲ ਜੋੜ ਦਿੱਤਾ, ਗੁਰੂ ਗ੍ਰੰਥ ਸਾਹਿਬ ਨਾਲ ਜੋੜ ਦਿੱਤਾ, ਤੇ ਉਹਨਾਂ ਨੇ ਦੇਹ ਸੰਕੋਚੀ ਤੇ ਗੁਰੂ ਅੰਗਦ ਦੇਵ ਜੀ ਵਿੱਚ ਉਹ ਸ਼ਬਦ ਟਿਕਾ ਦਿੱਤਾ। ਕਿਤੇ ਇਤਿਹਾਸ ਵਿੱਚ ਨਹੀਂ ਮਿਲਦਾ ਵੀ ਬਾਬੇ ਬੁੱਢੇ ਨੇ ਪਰਤ ਕੇ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਧਾਰਿਆ ਹੋਵੇ, ਗੁਰੂ ਅਮਰਦਾਸ ਜੀ ਨੂੰ ਕਿਹਾ ਹੋਵੇ ਵੀ ਫਿਰ ਦੀਕਸ਼ਿਤ ਕਰੋ।
क्योंकि वो रहे 6 जामिया तक। परत के क्यों नहीं लोड़ पई? क्योंकि ਉਹ ਹੀ गुरु नानक, ਉਹ ਹੀ शब्द, ਉਹਦੇ ਨਾਲ ਹੀ ਇਹ गुरु जोड़ते रहे अगले। इस करके परत के गुरु क्यों बनाना सी? ਉਹ ਤੇ गुरु है ही सी, कायम शब्द सी ਜਿਹੜਾ। परत के गुरु नहीं बनाना पिया बाबा बुढ़ा जी। ਉਹਨਾਂ ਦਾ गुरु ਇੱਕੋ ਸੀ। और एक होर बड़ी हैरानी की गल, साध संगत पिछले गुरु साहिबाना ने भी बाणी उचारी है, गुरु अंगद देव जी ने उचारी, गुरु अमरदास जी ने, पर गुरु अंगद देव जी ने किते नहीं अपने श्लोकां विच लिखिया भी कहे अंगद सुनो संतो। शब्द उन्होंने फिर नानक ही वरतिया, कहे नानक सुनो संतो। 9वें पातशाह तक बाणी उचार रहे ने, ते आ श्लोक तुसी सुनिया की कहंदे ने इहदे विच? अपना नाम लैंदे ने? अपना नाम नहीं लैणगे, क्योंकि ये काम सारा नानक जोत दा हो रहा है। ਉਹਦੇ ਰਾਹੀਂ ਸਾਰੇ 10 ਸਰੀਰ ਕੰਮ ਕਰ ਰਹੇ ਨੇ। ਉਹੀ ਜੋਤ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਵਿੱਚ ਹੈ। ਤਾਂ ਪ੍ਰਤੱਖ ਗੁਰੂ 10 ਸਰੀਰਾਂ ਵਿੱਚ ਪ੍ਰਗਟ ਹੋ ਕੇ ਉਹਨਾਂ ਨੇ ਸ਼ਬਦ ਨਾਲ ਜੋੜ ਪਾ ਦਿੱਤਾ ਤੇ ਪ੍ਰਤੱਖ ਗੁਰੂ ਹੀ ਗੁਰੂ ਗ੍ਰੰਥ ਸਾਹਿਬ ਜੀ ਹੋ ਗਏ। ਪ੍ਰਤੱਖ ਗੁਰੂ ਗ੍ਰੰਥ ਸਾਹਿਬ ਜੀ ਉਹਦੇ ਵਾਸਤੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਨੂੰ ਆਪਣੀ ਜ਼ਿੰਦਗੀ ਵਿੱਚ ਕਮਾਇਆ, ਉਹਨਾਂ ਦੇ ਜੀਵਨ ਵਿੱਚ ਉਹ ਗੁਰੂ ਗ੍ਰੰਥ ਸਾਹਿਬ ਪ੍ਰਤੱਖ ਹੋ ਗਏ, ਪ੍ਰਗਟ ਹੋ ਗਏ, ਸਾਹਮਣੇ ਆ ਗਏ। ਅਸੀਂ ਕਹਿੰਦੇ ਹਾਂ ਨਾ ਕਿ ਫਲਾਣਾ ਬੰਦਾ ਪਹਿਲਾਂ ਨਹੀਂ ਸੀ ਜੁੜਿਆ ਗੁਰੂ ਨਾਲ, ਸ਼ਰਾਬੀ ਕਬਾਬੀ ਸੀ, ਹੁਣ ਤੇ ਬਾਣੀ ਪੜਨ ਲੱਗ ਪਿਆ, ਉਹਦੇ ਚਿਹਰੇ ਵਿੱਚੋਂ ਬਾਣੀ ਦੇ ਦਰਸ਼ਨ ਹੁੰਦੇ ਨੇ। ਗੁਰੂ ਗ੍ਰੰਥ ਸਾਹਿਬ ਪ੍ਰਗਟ ਹੋਏ ਨਾ, ਕਿੱਥੇ ਹੋਏ? ਉਸ ਬੰਦੇ ਦੇ ਚਿਹਰੇ ਵਿੱਚ ਹੋ ਗਏ। ਉਹਦੀਆਂ ਅੱਖਾਂ ਵਿੱਚੋਂ ਦਿਸਣ ਲੱਗ ਪਿਆ ਗੁਰੂ, ਪ੍ਰਤੱਖ ਹੋ ਗਿਆ, ਪ੍ਰਗਟ ਹੋ ਗਿਆ। ਤਾਂ ਜਦੋਂ ਇਹ ਵਕਤ ਆਇਆ 10ਮ ਪਾਤਸ਼ਾਹ ਦਾ, ਤਾਂ ਉਹਨਾਂ ਨੇ ਕਿਹਾ ਵੀ ਹੁਣ ਸਮਾਂ ਆ ਗਿਆ। ਉਦੋਂ ਤੱਕ ਦੇਹ ਦਾ ਕੰਮ 10 ਗੁਰੂ ਕਰਦੇ ਰਹੇ, ਪਰ ਜੋੜਦੇ 10 ਗੁਰੂ ਵੀ ਸ਼ਬਦ ਨਾਲ ਰਹੇ, ਆਪਣੇ ਨਾਲ ਨਹੀਂ ਉਹਨਾਂ ਨੇ ਜੋੜਿਆ। ਸਾਫ਼ ਕਿਹਾ ਹੈ, ਮੈਂ ਹੂੰ ਪਰਮ ਪੁਰਖ ਕੋ ਦਾਸਾ, देखण आयो जगत तमाशा, जो मुझको परमेश्वर उचरै ते सब नरक कुंड में पर। मोको दास तवन का जानू, या मैं भेद न रंच पछानू। ये वखरी गल, सिख जिहड़ी थां ते खड़ा है उन्हें अपने 10 गुरुआं नूं रब ही कहना है, ये गल होर है, ओहदी थां वखरी। और जिस दिन गुरु ग्रंथ साहिब पातशाह जी पहलां भी गुरु सन, ਉਦੋਂ ਦੇਹ ਦਾ ਕੰਮ ਗੁਰੂ ਧਾਰਨ ਗੁਰੂ ਗ੍ਰੰਥ ਸਾਹਿਬ ਨੂੰ, ਉਦੋਂ ਵੀ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਧਾਰਨ ਕਰਦੇ ਸਨ, ਪਰ ਗੁਰੂ ਧਾਰਨ ਕਰਨ ਵਾਸਤੇ ਵਿੱਚ 10 ਦੇਹਾਂ ਆਉਂਦੀਆਂ ਰਹੀਆਂ, ਤਾਂ ਗੁਰੂ ਧਾਰਿਆ ਗੁਰੂ ਗ੍ਰੰਥ ਸਾਹਿਬ ਜੀ ਨੂੰ। ਤੇ ਜਦੋਂ 10 ਪਾਤਸ਼ਾਹਾਂ ਦਾ ਇਹ ਸਾਰਾ ਸਿਲਸਿਲਾ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਸਨ 1699 ਦੀ ਵਿਸਾਖੀ ਵਾਲੇ ਦਿਨ बदल दिता इस देह का कॉन्सैप्ट। ख्याल रखना, जिदन अमृत छकाया, 5 प्यारियां नूं अमृत छकाया गुरु गोबिंद सिंह महाराज ने, परत के फिर उन्हां दे अगे गोडे टेक के बैठ गए, मैनूं अमृत दिओ। क्यों कीता इस तरह? क्यों कीता? दस दिता पक्की तारा भी हुण अज तो पहला ते गुरु ग्रंथ साहिब नाल जुड़न वास्ते 10 गुरु काम करते रहे ने। अज तो अगे गुरु ग्रंथ साहिब नूं जे गुरु धारना होया ते तुहानूं विच 5 नूं लियाउणा पएगा, 5 प्यारिਆਂ नूं विच लियाउणा पएगा। सिद्धे तुसीं गुरु ग्रंथ साहिब नूं गुरु नहीं धारण कर सकते, विच 5 प्यारिਆਂ नूं लियाउणा पएगा। हाँ, जे कोई बाहरले धर्म का व्यक्ति है, उहदा रस्ता मुसलमान है, हिंदू है, ईसाई है, वो सहारा लेना चाहता है तो गुरु ग्रंथ साहिब उन्होंने सहारा देणगे, बिल्कुल देणगे, कोई शक नहीं। सहारा दे सकते हैं, आसरा दे सकते हैं। पर जे सिख ने गुरु ग्रंथ साहिब नूं गुरु देना तो विच 5 लियाउणे पैणगे, फिर उहदा कनैक्शन होवेगा शब्द नाल। ये सारा सिलसिला बिल्कुल नाप तोड़ के गुरु साहिब ने दिता और ये तरीका साड़ी झोली विच पा दिता भी तुसी इस तरह करना, ये ढंग है। और फिर तुसी उहदे तो बाद 5 तो दात लैके गुरु ग्रंथ साहिब जी नूं गुरु मनना और गुरसिखां दी गुरमुखां दी
ਜਿਹੜੇ ਬਖਸ਼ੇ ਹੋਏ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਨੇ, ਸਾਧੂ ਨੇ, ਉਹਨਾਂ ਦੀ ਸੋਭਤ ਕਰਨੀ, ਉਹਨਾਂ ਦੀ ਸੰਗਤ ਕਰਨੀ, ਕਿਉਂਕਿ ਉਹ ਪਿੱਛੇ ਸਾਰਾ ਸਿਲਸਿਲਾ ਸੰਗਤ ਤੋਂ ਸ਼ੁਰੂ ਹੋਵੇਗਾ। ਫਿਰ ਇਹ ਸਾਰਾ ਕੁਝ ਗੁਰੂ ਨਾਨਕ ਸਾਹਿਬ ਜੀ ਤੋਂ ਜਿਵੇਂ ਚੱਲਦਾ ਸੀ ਉਹ ਅੱਜ ਵੀ ਉਸੇ ਤਰ੍ਹਾਂ ਹੈ, ਉਹਦੇ ਵਿੱਚ ਕੋਈ ਵੀ ਫਰਕ ਨਹੀਂ ਪਿਆ। ਸਿਰਫ ਸਾਡੇ ਸਮਝਣ ਵਿੱਚ ਕਿਤੇ ਫਰਕ ਪੈ ਗਿਆ ਤਾਂ ਉਹ ਵੱਖਰੀ ਗੱਲ ਹੈ। ਉਹ ਜਿਹੜਾ ਸਿਧਾਂਤ ਸੀ, ਜੋ ਵਿਧੀ ਸੀ, ਜੋ ਜੋਤ ਤੇ ਜੁਗਤ ਦਾ ਤਰੀਕਾ ਸੀ, ਉਹ ਸਤਿਗੁਰੂ ਨੇ ਉਸੇ ਤਰ੍ਹਾਂ ਚਲਾਇਆ ਹੈ, ਬਿਲਕੁਲ ਉਸੇ ਤਰ੍ਹਾਂ ਅੱਜ ਵੀ ਕਾਇਮ ਹੈ। ਇਸ ਕਰਕੇ ਇਹ ਜਿਹੜਾ ਕਹਿ ਰਹੇ ਨੇ ਕਿ ਬੰਦਾ ਤੀਰਥ ਤੇ ਜਾਂ ਧਾਰਮਿਕ ਕਰਮ ਜਿਹੜੇ ਕਰਦਿਆਂ ਮਨ ਦੇ ਵਿੱਚ ਇਹ ਸਾਰੇ ਰੋਗ ਦੱਬੇ ਹੋਏ ਨੇ, ਤਾਂ ਉਹਨਾਂ ਰੋਗਾਂ ਤੱਕ ਦਵਾਈ ਜਾ ਸਕਦੀ ਨਾਮ ਦੀ, ਬਾਣੀ ਦੀ, ਪਰ ਭੇਜੇਗਾ ਉਹਨੂੰ ਸਰੀਰ। ਇਸ ਕਰਕੇ ਸਰੀਰ ਦੇ ਰਾਹੀਂ ਜਪੇਗਾ ਤੇ ਮਨ ਵਿੱਚੋਂ ਜਾ ਕੇ ਜੇ ਉਹ ਸ਼ਬਦ ਮਨ ਤੱਕ ਚਲੇ ਜਾਣਗੇ ਤੇ ਮਨ ਵਿੱਚੋਂ ਰੋਗ ਨਿਕਲ ਜਾਣਗੇ। ਫਿਰ ਵਿਅਕਤੀ ਦੀ ਜੜ ਅਰੋਗ ਹੋ ਜਾਏਗੀ, ਰੋਗ ਰਹਿਤ ਹੋ ਜਾਏਗਾ। ਸਰੀਰ ਸਿਰਫ ਇਹ ਕੰਮ ਦਿੰਦਾ ਹੈ, ਇਹਦੀ ਲੋੜ ਹੈ, ਪਰ ਜੇ ਮਨ ਤੱਕ ਕੋਈ ਕਰਮ ਨਹੀਂ ਜਾਂਦਾ ਤੇ ਸਰੀਰ ਦੇ ਭਾਵੇਂ ਨਿਮਖ ਕਰ ਸਰੀਰ ਕਟਾਵੇ, ਤੋ ਵੀ ਹਉਮੈ ਮੈਲ ਨਾ ਜਾਵੇ। ਕਬੀਰ ਸਾਹਿਬ ਸਰੀਰ ਦੀ ਵਿਆਖਿਆ ਕਰਦੇ, ਕਹਿੰਦੇ ਕੱਲੇ ਸਰੀਰ ਤੇ ਨਾ ਰੁਕਿਓ। ਧਾਰਮਿਕ ਬੰਦਿਆਂ ਨੂੰ ਸੁਚੇਤ ਕਰ ਰਹੇ ਨੇ, ਕਿਤੇ ਚੱਕਰ ਪਾ ਕੇ ਇੱਧਰ ਉੱਧਰ ਦੇ ਵਲ ਬਣਾ ਕੇ ਸੋਚ ਲਿਆ ਜੀ ਬਸ ਹੋ ਗਿਆ ਸਭ, ਇੱਥੇ ਨਾ ਰੁਕ ਜਾਇਓ, ਕਰਿਓ ਜ਼ਰੂਰ। ਕਿਤੇ ਭੁਲੇਖੇ ਵਿੱਚ ਪੈ ਜਾਓ ਰੰਗਾਂ ਦੇ, ਕਿਤੇ ਹੋਰ ਚੀਜ਼ਾਂ ਦੇ ਭੁਲੇਖਿਆਂ ਵਿੱਚ ਫਸ ਜਾਇਓ। ਯਾਦ ਰੱਖਣਾ ਗ੍ਰਹਿ ਤਜ ਬਨਖੰਡ ਜਾਈਐ, ਚੁਣ ਖਾਈਐ ਕੰਦਾ, ਅਜਹੂ ਬੇਕਾਰ ਨਾ ਛੋੜਈ, ਅਜਹੂ ਬੇਕਾਰ ਨਾ ਛਾੜਈ, ਪਾਪੀ ਮਨ ਮੰਦਾ। ਫਿਰ ਉੱਥੇ ਇੱਕ ਅਰਦਾਸ ਕੀਤੀ। ਕਬੀਰ ਸਾਹਿਬ ਕਹਿੰਦੇ ਕਿਉਂ ਛੂਟੋਂ ਕੈਸੇ ਤਰੋਂ, ਭਵ ਜਲ ਨਿਧ ਭਾਰੀ, ਰਾਖ ਰਾਖ ਮੇਰੇ ਬੀਠੁਲਾ ਜਨ ਸ਼ਰਨ ਤੁਮਾਰੀ। ਕਿਵੇਂ ਛੁੱਟਾਂ ਇਸ ਮਨ ਦੀ ਗ੍ਰਿਫਤ ਵਿੱਚੋਂ ਜੋ ਨਿਰੰਤਰ ਹੀ ਨੀਵੇਂ ਘਾਟ ਵੱਲ ਖਿੱਚ ਕੇ ਲਿਜਾਂਦਾ ਹੈ ਜੀਵਨ ਨੂੰ। ਤਿਸ ਕੀ ਸੰਗਤ ਨਾਨਕ ਰਹਿੰਦਾ। ਕਿਹਦੀ ਸੰਗਤ ਵਿੱਚ ਗੁਰੂ ਸਾਹਿਬ ਕਹਿੰਦੇ ਅਸੀਂ ਰਹਿੰਦੇ ਹਾਂ? ਉਹ ਕੌਣ ਹੈ? ਸਲਾਹ ਕਿਹਦੀ ਮੰਨਦੇ ਆ? ਸਾਡਾ ਵਜ਼ੀਰ ਕੌਣ ਹੈ? ਸਭ ਤੋਂ ਜ਼ਿਆਦਾ ਅਸੀਂ ਕਿਹਦੀ ਮੰਨ ਰਹੇ ਹਾਂ? ਜੋ ਸਭ ਤੋਂ ਵੱਡਾ ਮੂਰਖ ਹੈ, ਜੋ ਸਭ ਤੋਂ ਵੱਡਾ ਬੇਵਕੂਫ, ਉਹਦੀ ਸਲਾਹ ਅਸੀਂ ਲੈਂਦੇ ਹਾਂ। ਤੇ ਜੋ ਖੁਦ ਖੂਹ ਵਿੱਚ ਡਿੱਗਾ ਹੈ ਉਹ ਹੀ ਸਾਡਾ ਸਲਾਹਕਾਰ, ਉਹ ਸਾਨੂੰ ਖੂਹ ਵਿੱਚ ਹੀ ਡੇਗੇਗਾ। ਉਹ ਕੌਣ ਹੈ? ਕਿ ਇਹ ਮਨ ਤਾਂ ਕੀ ਸੰਗਤ ਨਾਨਕ ਰਹਿੰਦਾ, ਤਿਲ ਆਵੇ ਖਿਣ ਜਾਵੇ। ਇਹ ਮਨ ਕਦੀ ਕੁਝ ਰੂਪ ਧਾਰਨ ਕਰ ਲੈਂਦਾ, ਕਦੀ ਕਿਵੇਂ ਦੇ ਵਿਚਾਰ, ਉਹਦੀ ਤੇ ਸੰਗਤ ਵਿੱਚ ਫਸੇ ਆ। ਪਹਿਲਾ ਤੇ ਕੰਮ ਬਾਣੀ ਕੀ ਕਰਦੀ ਸੀ ਕਿ ਬੰਦੇ ਦੇ ਜੀਵਨ ਵਿੱਚ ਉਹਦੀਆਂ ਹੋਈਆਂ ਮਨ ਦੀਆਂ ਪ੍ਰਵਿਰਤੀਆਂ ਨੂੰ ਖਿੱਚ ਕੇ ਇੱਕ ਸਾਈਡ ਤੇ ਕੱਢ ਦਿੰਦਾ ਹੈ। ਜਿਵੇਂ ਅਸੀਂ ਬੀਜ ਬੀਜਣਾ ਹੋਵੇ ਨਾ, ਜਦੋਂ ਕੋਈ ਜ਼ਿਮੀਂਦਾਰ ਬੀਜ ਬੀਜਦਾ ਹੈ ਕਣਕ ਦਾ, ਤੇ ਉਹ ਕੀ ਕਰਦਾ ਹੈ? ਖੇਤ ਵੀ ਵਾਹੁੰਦਾ ਹੈ, ਸਭ ਕੁਝ ਕਰਦਾ, ਤਿਆਰੀ ਕਰ ਲੈਂਦਾ। ਪਰ ਤਿਆਰੀ ਕਰਨ ਤੋਂ ਪਹਿਲਾਂ ਉਹ ਜਿਹੜਾ ਬੀਜ ਪਾਉਣਾ 40 ਕਿਲੋ ਨੂੰ ਆਪਣੀ ਤਲੀ ਤੇ ਰੱਖ ਕੇ ਪਰਖਦਾ ਹੈ। ਕਿਉਂ ਪਰਖਦਾ ਹੈ? ਵੀ ਇਸ ਕਣਕ ਦੇ ਵਿੱਚ ਹੋਰ ਬੀਜ ਤਾਂ ਨਹੀਂ, ਕੋਈ ਕਬਾੜ ਤੇ ਨਹੀਂ, ਕਿਤੇ ਉਹ ਵੀ ਬੀਜਿਆ ਜਾਏ ਨਾਲ, ਤਾਂ ਉਹਨੂੰ ਪੁੱਟਣਾ ਔਖਾ ਹੋ ਜਾਏਗਾ। ਇਹ ਬੀਜ ਕਿਹੜੀ ਕੁਆਲਿਟੀ ਦਾ? ਕਿਤੇ ਗਲਿਆ ਹੋਇਆ ਤੇ ਨਹੀਂ, ਖਰਾਬ ਤੇ ਨਹੀਂ। ਤੇ ਜੇ ਉਹਦੇ ਵਿੱਚ ਕੋਈ ਰਲਾ ਹੈ, ਉਹਦੇ ਵਿੱਚ ਕੋਈ ਗਲਤ ਬੀਜ ਰਲੇ ਹੋਏ ਨੇ, ਤੇ ਉਹਦੇ ਵਿੱਚੋਂ ਜ਼ਿਮੀਂਦਾਰ ਪਹਿਲਾਂ ਉਹਨਾਂ ਨੂੰ ਵੱਖਰੇ ਕਰ ਦਿੰਦਾ ਤੇ ਸ਼ੁੱਧ ਬੀਜ ਬਚਾ ਲੈਂਦਾ ਬੀਜਣ ਵਾਸਤੇ। ਅਸੀਂ ਤੇ ਜੋ ਕੁਝ ਧਰਮ ਵਿੱਚ ਬੀਜ ਰਹੇ ਹਾਂ, ਇਹ ਸਾਰਾ ਤੇ ਰਲਾ ਹੋਇਆ ਵਿੱਚ, ਕਈ ਕੁਝ ਬੀਜ ਦਿੱਤਾ ਸੀ, ਉਹ ਹੀ ਉਗਦਾ। ਫਿਰ ਪਹਿਲਾ ਗੁਰੂ ਸਾਹਿਬ ਕਹਿੰਦੇ ਪਹਿਲੀ ਸਾਧਨਾ ਹੈ ਕਿ ਤੂੰ ਆਪਣੇ ਨਾਲੋਂ ਆਪਣੇ ਮਨ ਨੂੰ ਵੱਖ ਕਰਕੇ ਵੇਖ ਕਿ ਉਹ ਮਨ ਹੈ, ਇਹ ਮੈਂ ਹਾਂ। ਉਹਨੂੰ ਨਹੀਂ ਹੁਣ ਇੱਥੇ ਲਾਉਣਾ, ਹੁਣ ਮੈਂ ਖੁਦ ਧਰਮ ਕਮਾਉਣਾ ਹੈ।
ਜਦੋਂ ਆਦਮੀ ਖੁਦ ਧਰਮ ਕਮਾਉਂਦਾ ਤੇ ਮਨ ਕੋਲ ਹੀ ਬੈਠ ਜਾਂਦਾ, ਫਿਰ ਜਾਂਦਾ ਹੀ ਨਹੀਂ ਕਿਤੇ, ਉਹ ਕਿਤੇ ਜਾ ਹੀ ਨਹੀਂ ਸਕਦਾ। ਉਹਨੂੰ ਖੜੇ ਕਰਨ ਦਾ ਤਰੀਕਾ ਹੀ ਇੱਕੋ ਹੈ ਕਿ ਉਹਨੂੰ ਵੱਖਰਾ ਕਰ ਦਿਓ। ਚੋਰ ਉਦੋਂ ਹੀ ਚੋਰੀ ਛੱਡਦਾ ਜਦੋਂ ਉਹਨੂੰ ਸੰਨ ਦੇ ਉੱਤੇ ਪਕੜ ਲਵੋ ਵੀ ਇਹ ਬੈਠਾ ਹੈ, ਉਹਦੇ ਸ਼ਸਤਰ ਡਿੱਗ ਪੈਂਦੇ ਨੇ, ਝੂਠਾ ਪੈ ਜਾਂਦਾ, ਕਮਜ਼ੋਰ ਹੋ ਜਾਂਦਾ। ਮਨ ਉਦੋਂ ਨਹੀਂ ਟਿਕੇਗਾ ਜਦੋਂ ਬੰਦੇ ਨੇ ਮਨ ਨੂੰ ਵੇਖ ਲਿਆ ਕਿ ਇਹ ਮੇਰਾ ਮਨ ਹੈ, ਹੁਣ ਇਹ ਜਾ ਰਿਹਾ ਇੱਧਰ, ਬਸ ਉਸ ਵੇਲੇ ਉਹ ਕਮਜ਼ੋਰ ਪੈਣਾ ਸ਼ੁਰੂ ਹੋ ਜਾਏਗਾ, ਕਿਉਂਕਿ ਉਹ ਵੱਖਰੀ ਸ਼ਕਤੀ ਹੈ ਹੀ ਨਹੀਂ, ਉਹ ਸਾਡੀ ਸ਼ਕਤੀ ਲੈ ਕੇ ਸਾਨੂੰ ਢਾਈ ਜਾ ਰਿਹਾ ਹੈ ਗਲਤ ਤਰੀਕੇ ਦੇ ਨਾਲ। ਤਾਂ ਪਹਿਲਾ ਗੱਲ ਜਿਹੜੀ ਹੈ ਇਹਨੂੰ ਕਹਿੰਦੇ ਨੇ ਬਿਖੈ ਬਿਖੈ ਕੀ ਬਾਸਨਾ ਸੋ ਤਜੀ ਨਾ ਜਾਈ, ਅਨਕ ਯਤਨ ਕਰ ਰਾਖੀਐ ਫਿਰ ਲਪਟਾਈ, ਕਿਉਂ ਛੂਟੋਂ ਕੈਸੇ ਤਰੂੰ ਭਵਜਲ ਨਿਤ ਭਾਰੀ, ਰਾਖ ਰਾਖ ਮੇਰੇ ਬੀਠਲਾ ਜਨ ਸਰਨ ਤੁਹਾਰੀ। ਫਿਰ ਕਬੀਰ ਜੀ ਕਹਿੰਦੇ ਜਰਾ ਜੀਵਨ ਜੋਬਨ ਗਿਆ ਕਿਛ ਕੀਆ ਨਾ ਨੀਕਾ, ਜੋਬਨ ਵੀ ਚਲਾ ਗਿਆ, ਬੁਢੇਪਾ ਵੀ ਚਲਾ ਗਿਆ, ਅਜੇ ਤੱਕ ਕੋਈ ਚੰਗਾ ਕੰਮ ਨਹੀਂ ਕੀਤਾ। ਤੇ ਅੱਗੇ ਬਚਨ ਕੀਤਾ, ਕਹਿੰਦੇ ਇਹ ਜੀੜਾ ਨਿਰਮੋਲ ਕੋ ਕੌਡੀ ਲਗ ਮੀਕਾ। ਮੀਕਾ ਸ਼ਬਦ ਬਹੁਤ ਪਿਆਰਾ ਹੈ। ਮੀਕਾ ਦਾ ਅਰਥ ਹੈ ਮਿਕਣਾ। ਕਹਿੰਦੇ ਨੇ ਦੋ ਟੀਮਾਂ ਉਹ ਮਿਕਦੀਆਂ ਨੇ। ਮਿਕ ਸ਼ਬਦ ਬਹੁਤ ਪੁਰਾਣਾ ਹੈ। ਜਦੋਂ ਦੋ ਟੀਮਾਂ ਇਕੱਠੀਆਂ ਹੁੰਦੀਆਂ ਨਾ, ਹੁਣ ਤੇ ਹਾਕੀ ਸ਼ਬਦ ਆ ਗਿਆ, ਪਹਿਲਾਂ ਖੂੰਡੀ ਦੀ ਖਿਡਾਰੀ ਹੁੰਦੀ ਸੀ, ਖੂੰਡੀ ਨਾਲ ਇਹਨੂੰ ਖਿੱਦੂ ਤੇ ਖੂੰਡੀ ਦੀ ਖੇਡ ਕਹਿੰਦੇ ਸਨ। ਬਾਅਦ ਵਿੱਚ ਵਿਕਾਸ ਕਰਕੇ ਹਾਕੀ ਬਣ ਗਈ। ਇਹ ਜਦੋਂ ਦੋ ਟੀਮਾਂ ਖੂੰਡੀ ਵਾਲਿਆਂ ਦੀਆਂ ਖੇਡਦੀਆਂ ਨੇ ਨਾ, ਤੇ ਉਹਨਾਂ ਦੇ ਦੋ ਕੈਪਟਨ ਹੁੰਦੇ ਨੇ, ਆਗੂ ਜਿਹੜੇ ਨੇ, ਉਹ ਸੈਂਟਰ ਵਿੱਚ ਬਾਲ ਰੱਖ ਕੇ ਗੇਂਦ ਰੱਖ ਕੇ ਤੇ ਦੋਵੇਂ ਇਕੱਠੇ ਹੋ ਜਾਂਦੇ ਨੇ। ਇੱਕ ਜਣਾ ਆਪਣੀ ਖੂੰਡੀ ਉਧਰ ਰੱਖ ਦਿੰਦਾ, ਦੂਸਰਾ ਉਧਰ, ਤੇ ਉਹ ਤਿੰਨ ਵਾਰੀ ਇੱਕ ਦੂਜੇ ਦੇ ਨਾਲ ਆਪਣੀ ਖੂੰਡੀ ਲਾਉਂਦੇ ਨੇ। ਤੇ ਜਦੋਂ ਤਿੰਨ ਵਾਰੀ ਲਾ ਦਿੰਦੇ ਨੇ, ਖੇਡ ਸ਼ੁਰੂ ਹੋ ਜਾਂਦੀ ਹੈ। ਉਹਨੂੰ ਕਹਿੰਦੇ ਨੇ ਮੜਿਕਣਾ, ਮਿਕਣਾ। ਉਹ ਸ਼ਬਦ ਆਇਆ ਗੁਰੂ ਗ੍ਰੰਥ ਸਾਹਿਬ ਵਿੱਚ। ਉਹਨੂੰ ਕਹਿੰਦੇ ਨੇ ਮਿਕਣਾ, ਯਾਨੀ ਕਿ ਬਰਾਬਰੀ ਕਰਨੀ, ਕਿ ਇਥੋਂ ਖੇਡ ਸ਼ੁਰੂ। ਉਹਨੂੰ ਕਹਿ ਰਹੇ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ, ਕਹਿੰਦੇ ਨੇ ਜੀਵਨ ਬੜਾ ਨਿਰਮੋਲ ਸੀ, ਇਹ ਜੀੜਾ ਨਿਰਮੋਲ ਕੋ ਕੌਡੀ ਲਗ ਮੀਕਾ। ਕਹਿਣ ਲੱਗੇ ਇੱਕ ਭੈੜੀ ਜੀ ਚੀਜ਼ ਦੇ ਨਾਲ ਮੜਿਕ ਲਿਆ ਇਸਨੇ, ਉਹਦੇ ਨਾਲ ਖੇਡਣ ਲੱਗ ਪਿਆ। ਟੀਮ ਦੇ ਨਾਲ ਟੀਮ ਰਲਦੀ ਹੋਵੇ ਤੇ ਖੇਡੇ। ਇੱਕ ਟੀਮ ਨੈਸ਼ਨਲ ਪੱਧਰ ਦੀ ਜਿਹੜੀ ਦੇਸ਼ ਵੱਲੋਂ ਖੇਡ ਰਹੀ ਹੈ, ਤੇ ਜੇ ਉਹ ਟੀਮ ਵਾਲੇ ਜਿਹੜੀ ਨੈਸ਼ਨਲ ਪੱਧਰ ਦੀ ਟੀਮ ਹੈ, ਉਹ ਇੱਥੇ ਆ ਕੇ ਪਿੰਡ ਵਾਲੀ ਰੜੀ ਵਿੱਚ ਆ ਛੋਟੀ ਜਿਹੜੇ ਮਿੱਟੀ ਉਡਾਉਣ ਵਾਲੇ ਇਹਨਾਂ ਨਾਲ ਖੇਡਣ ਲੱਗ ਪਏ, ਕਿਵੇਂ ਦਾ ਲੱਗੇਗਾ? ਲੋਕ ਉਹਨੂੰ ਮੂਰਖ ਕਹਿਣਗੇ ਵੀ ਏਡੀ ਵੱਡੀ ਪੱਧਰ ਦੇ ਖਿਡਾਰੀ ਕਿੱਥੇ ਪਿੰਡ ਵਾਲੀ ਮਿੱਟੀ ਵਿੱਚ ਆ ਕੇ ਖੇਡਣ ਲੱਗ ਪਏ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੇਰਾ ਜੀਵਨ ਬੜੀ ਉੱਚੀ ਪੱਧਰ ਦਾ ਹੈ, ਤੂੰ ਕਿਹੜੀਆਂ ਚੀਜ਼ਾਂ ਨਾਲ ਖੇਡਣ ਲੱਗ ਪਿਆ ਇੱਥੇ ਆ ਕੇ? ਇਹ ਜਿਹੜਾ ਨਿਰਮੋਲ ਕੋ ਕੌਡੀ ਲੱਗ ਮੀਕਾ, ਇੱਥੇ ਤੂੰ ਮਿਕਣ ਲੱਗ ਪਿਆ। ਔਰ ਇਹ ਸ਼ਬਦ ਹੋਰ ਥਾਵਾਂ ਤੇ ਵੀ ਆਇਆ ਹੈ। ਉੱਥੇ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਉਦਣ ਪ੍ਰਵਾਨ ਕੀਤਾ ਜਿੱਦਣ ਉਹਨਾਂ ਨਾਲ ਮੜਿੱਕੇ ਬਰਾਬਰ ਕਰ ਲਿਆ, ਆਪਣੇ ਬਰਾਬਰ ਦੀ ਖੇਡ ਖੇਡੀ। ਆਪ ਆਪੈ ਸੇਤੀ ਮਿਕਿਓਨ, ਸੱਤੇ ਤੇ ਬਲਵੰਡੇ ਦੀ ਵਾਰ, ਆਪਣੇ ਨਾਲ ਆਪ ਹੀ ਮੜਿਕਿਆ। ਇਸ ਲਈ ਇਹ ਗੁਰੂ ਦੇ ਵਿੱਚ ਵਿਸ਼ੇਸ਼ਤਾ ਹੈ। ਮੈਂ ਛੋਟੀ ਜਿਹੀ ਬੇਨਤੀ ਕਰਦਿਆਂ, ਕਈ ਲੋਕ ਅੱਜ ਕਹਿੰਦੇ ਨੇ ਜੇ ਗੁਰੂ ਨਾਨਕ ਗੁਰੂ ਨੇ ਤੇ ਭਗਤ ਵੀ ਗੁਰੂ ਨੇ। ਖਿਆਲ ਰੱਖਣਾ, ਇਹਨੂੰ ਇਹ ਨਾ ਸਮਝਣਾ ਵੀ ਵਿਰੋਧ ਹੈ। ਖਿਆਲ ਰੱਖੋ, ਗੁਰੂ ਵਿੱਚ ਤੇ ਭਗਤ ਵਿੱਚ ਅੰਤਰ ਹੈ। ਇੱਕ ਥਾਂ ਤੇ ਉਹ ਇੱਕੋ ਹੀ ਨੇ, ਦੋਵੇਂ ਪਰਮਾਤਮਾ ਵਿੱਚ ਲੀਨ ਨੇ, ਦੋਵੇਂ ਸਤਿਕਾਰਯੋਗ ਨੇ। ਗੁਰੂ ਸਾਹਿਬ ਭਗਤ ਦੀ ਧੂੜ ਮੰਗਦੇ ਨੇ। ਗੁਰੂ ਬੜੇ ਲੋਕਾਂ ਨੇ ਨਾਮ ਨਾਲ ਲਾਇਆ ਹੈ, ਪਰ ਸਿੱਖ ਮੱਤ ਦੇ ਵਿੱਚ 10 ਗੁਰੂਆਂ ਤੋਂ ਬਾਅਦ, ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਕਿਸੇ ਕੋਲ ਅਧਿਕਾਰ ਨਹੀਂ ਕਿ ਗੁਰੂ ਅਖਵਾ ਸਕੇ। ਇਹਦੇ ਕਾਰਨ ਕੀ ਨੇ? ਬਹੁਤ ਵੱਡੇ ਕਾਰਨ ਨੇ। ਭਗਤ ਹੋ ਸਕਦਾ ਹੈ, ਸੰਤ ਹੋ ਸਕਦਾ ਹੈ,
ब्रह्म ज्ञानी हो सकता, गुरु नहीं हो सकता। गुरु विच ते भगत विच की फर्क है? फर्क ते बाहरों कोई भी नहीं। गुरु ग्रंथ साहिब विच भगतां दी बाणी गुरु दे बराबर है, इकट्ठी लिखी हुई है। जदों असीं गुरु नानक सच्चे पातशाह दी बाणी नूं मत्था टेकने आ ते भगत कबीर जी दी बाणी नूं भी मत्था टेकने, बराबर है, उस पक्षों बराबर है। पर भगत दे गुरु विच वखरेवा की आ गया, बहुत वड्डा फर्क है। अंदरूनी तौर ते कोई फर्क नहीं, प्राप्ति विच, अध्यात्म प्राप्ति विच फर्क नहीं, पर एक चीज विच फर्क है बहुत वड्डा। गुरु उस नूं कहंदे ने जदों गुरु जाए अपना शरीर छड्डे, वो अपने जान तो पहला अपने वर्गा एक शरीर खड़ा करदा है, ਉਹਨੂੰ ਕਹਿੰਦੇ ਨੇ ਗੁਰੂ है। जिवें गुरु नानक देव जी ने जदों जाना सी, अपने बराबर दा एक शरीर खड़ा कर दिता। गुरु अंगद देव जी कामयाब हो गया उन्होंने करन विच, खड़ा करन विच। 10 पातशाहियां इहदे विच पूरी तरह कामयाब होईयां ने। 9वें पातशाह तक, गुरु गोबिंद सिंह तक, गुरु तेग बहादुर साहब जी ने अपने वर्गा शरीर खड़ा कर दिता, गुरु गोबिंद सिंह महाराज। इस करके गुरु तेग बहादुर साहब गुरु ने, गुरु नानक देव जी गुरु ने, क्योंकि अपना जानशीन खड़ा कर सके, अपने वर्गा बिल्कुल पहचान ना आवे। ते गुरु गोबिंद सिंह पातशाह भी इहदे विच कामयाब हो गए। उन्होंने अपने वर्गा ही एक मनुख पैदा कर दिता, खालसा तैयार कर दिता। उसनूं कहा कि खालसा मेरा सतगुर पूरा, गुरु ग्रंथ साहिब नूं गुरु कहा। खालसे दे अर्थ गुरु ग्रंथ साहिब खालसा, खालसा शब्द का रूप है। गुरु दे अर्थ ने जो अपने जान तो पहले पहले अपने वर्गी बॉडी, अपने वर्गी जोत ते जुगत पैदा करदा है, पर भगत इहदे विच कामयाब नहीं होए। इतिहास खोल के वेख लो, एक भगत अपने वर्गा दूसरा भगत नहीं बना सके, अपने वर्गा पैदा नहीं कर सके। इस करके वो भगत ने अपना जानशीन नहीं पैदा कर सके। हुण तक इन्ने इन्ने वड्डे व्यक्ति पैदा होए ने। आ सब तो प्रचलित ओशो रजनीश तुहाडे सामने आया, बड़ी फिलासफी सी उस आदमी विच, सारे धर्मां दी उन्हें व्याख्या कर दी। पर जदों उन्होंने अखीरले वक्त पूछया गया हुण अगों किस नूं दिओगे, कहन लगा मैं अपने वर्गा बंदा पैदा नहीं कर सकिया, होए नहीं मेरे तो, होर बहुत कुछ कीता है, मैं अपने वर्गा व्यक्ति नहीं बना सकिया जिहदे विच आ सारा कुछ टिका दियां जो मेरे कोल है, नहीं कर सके हो भी। इहदे विच कामयाब होए गुरु नानक देव पातशाह। तां कहना पिया कि ज्ञान ध्यान किछ कर्म ना जाना, सार ना जाना तेरी, सब ते वड्डा सतगुरु नानक जिन कल राखी मेरी। क्यों ने वड्डे गुरु नानक? क्योंकि उन्होंने अपने वर्गा दूजा नानक पैदा कर दिता। उन्होंने 10 नानक पैदा कर दिते ते 11वें नानक गुरु ग्रंथ साहिब जी बना दिते, खालसा पैदा कर दिता। ये फर्क है। गल्लां कहणियां सौखियां ने, कम बहुत औखा है। साध संगत किसी धर्म तो अपने अवतार की बाणी नहीं सांभी गई। अज जी सारियां दा करदा छत्र चलाउण सिर दे उत्ते। किसी धर्म तो अपने अवतार दीयां बाणियां नहीं संपूर्ण सांभियां गईयां। जिन्ने ग्रंथ ने सारियां दे विच रला हो गया है, सारियां विचों कई चीज़ां कढ़ दित्तियां गईयां ने। एक गुरु अर्जन देव सच्चे पातशाह ने, गुरु गोबिंद सिंह महाराज ने, जिन्हां ने अपने 6 गुरुआं दी ते बाणी सांभी है, उन्होंने नाल 15 भगतां दी बाणी भी सांभ दित्ती है। ना उहदे विच कोई कुछ पा सकदा है, ना उहदे विचों कोई कढ़ सकदा है। ये काम होर कौन करेगा? इस करके ये कारज विधि 10 पातशाहियां दी है जो संपूर्ण आला दर्जे दी है। और इस धरती ते गुरसिख नूं ते हर एक धर्मी इंसान नूं, भावें वो किहड़े धर्म विच है, इस चीज दे उत्ते माण करना चाहिए कि संपूर्ण सिद्धांत दे सके ते सिर्फ 10 पातशाहियां दे सकियां। बाकी सब 10वें दिन बड़े डम चले ने, चौथे दिन वेख दिओ की बनदा है। सब कोई खिलर जाता है ना। इस करके कहना बिल्कुल साफ होवेगा कि जुगो जुग अटल श्री गुरु ग्रंथ साहिब महाराज, यही है जुगो जुग अटल।
ਬਾਕੀ ਚੀਜ਼ਾਂ ਬਣਨਗੀਆਂ ਮਿਟ ਜਾਣਗੀਆਂ, ਬਣਨਗੀਆਂ ਮਿਟ ਜਾਣ, ਕਿਉਂਕਿ ਉਹਨਾਂ ਦੇ ਆਧਾਰ ਨਹੀਂ ਹਨ। ਤਾਂ ਇਹ ਜਿੰਨੇ ਕਰਮ ਨੇ ਗੁਰੂ ਤੇਗ ਬਹਾਦਰ ਸਾਹਿਬ ਸੁਚੇਤ ਕਰਦੇ ਨੇ, ਕਹਿੰਦੇ ਕਰਮ ਕਰ, ਖਿਆਲ ਰੱਖੀ, ਕਿਤੇ ਧਰਮ ਦਾ ਕੰਮ ਕਰਕੇ ਪਾਠ ਕੀਤਾ, ਕੀਰਤਨ ਸੇਵਾ ਕੀਤੀ, ਤੀਰਥ ਤੇ ਗਏ, ਯਾਤਰਾ ਕੀਤੀ, ਤਪ ਕੀਤਾ, ਦਾਨ ਕਰ ਦਿੱਤਾ, ਭੰਡਾਰਾ ਕਰ ਦਿੱਤਾ, ਲੰਗਰ ਲਾ ਦਿੱਤਾ, ਜੇ ਇਹ ਕਰਕੇ ਤੇਰੇ ਮਨ ਨੂੰ ਭੁੱਲਿਆ ਨਾ, ਤੁਸੀਂ ਵੇਖਿਆ ਹੋਣਾ ਕਦੀ ਭੁੱਲਦਾ ਹੈ? ਮੈਂ ਪਹਿਲਾਂ ਵੀ ਸ਼ਾਇਦ ਬੇਨਤੀ ਕੀਤੀ ਸੀ ਵੀ ਬੰਦਾ ਭਰੀ ਸੰਗਤ ਵਿੱਚ ਕਿਤੇ ਮੱਥਾ ਟੇਕਣ ਲੱਗਿਆ ਜੇਬ ਵਿੱਚ ਹੱਥ ਮਾਰ ਪਵੇ ਨਾ, ਛੋਟਾ ਨੋਟ ਨਾ ਨਿਕਲੇ, ਵੱਡਾ ਨਿਕਲ ਜਾ, ਛੋਟਾ ਲੱਭੇ ਨਾ ਤੇ ਲੋਕ ਲਾਜ ਨੂੰ ਗੋਲਕ ਵਿੱਚ ਤੇ ਪਾਣਾ ਪੈਂਦਾ 100 ਰੁਪਈਆ, ਤੇ 10 ਦਿਨ ਸੁੱਤਿਆਂ ਨੂੰ ਵੀ ਨਹੀਂ ਭੁੱਲਦਾ ਵੀ ਕਿਉਂ ਉਸ ਦਿਨ 100 ਦਾ ਨੋਟ ਪਾ ਕੇ ਲੈ ਕੇ ਗਏ ਸੀ। ਛੱਡਦਾ ਆਦਮੀ ਦਾਨ ਨੂੰ? ਕੌਣ ਭੁੱਲੇਗਾ ਇਸ ਚੀਜ਼ ਨੂੰ? ਦਾਨ ਦੇ ਅਰਥ ਹੀ ਇਹ ਨੇ। ਮੈਂ ਪਹਿਲਾਂ ਦਾਨ ਦਾ ਕਨਸੈਪਟ ਕਹਿ ਚੁੱਕਾ, ਇਹ ਦਾਨ ਨਹੀਂ ਹੈ, ਇਹ ਭੇਟਾ ਹੈ। ਦਾਨ ਸਿਰਫ ਪਰਮਾਤਮਾ ਕਰ ਸਕਦਾ ਹੈ, ਦਾਨ ਸਿਰਫ ਗੁਰੂ ਕਰ ਸਕਦਾ ਹੈ। ਦਾਨ ਦੇ ਅਰਥ ਹੁੰਦੇ ਨੇ ਜੋ ਦੇ ਦਿੱਤਾ ਸੋ ਦੇ ਦਿੱਤਾ, ਦਿੱਤਾ ਹੀ ਨਹੀਂ ਉਸਨੇ, ਦੇਣ ਤੋਂ ਪਹਿਲਾਂ ਹੀ ਸੌਂਪ ਚੁੱਕਾ ਸੀ, ਦੇਣ ਤੋਂ ਪਹਿਲਾਂ ਦੇ ਚੁੱਕਾ ਸੀ। ਦਾਨ ਉਹ ਹੈ ਸਿਰਫ ਜਿਸ ਨੂੰ ਇਹ ਕਿਹਾ ਕਿ ਮੇਰਾ ਸੀ ਤੇ ਮੈਂ ਕੀਤਾ, ਉਹ ਦਾਨ ਨਹੀਂ ਹੋ ਸਕਦਾ, ਉਹ ਤੇ ਭੇਟਾ ਹੈ, ਭੇਟਾ ਦਿੱਤੀ ਜਾ ਸਕਦੀ ਹੈ। ਦਾਨ ਉਹ ਹੈ ਜਿਹਨੂੰ ਕਬੀਰ ਸਾਹਿਬ ਕਹਿੰਦੇ ਜਦੋਂ ਤੂੰ ਦੇ ਦਿੱਤਾ ਫਿਰ ਤੇਰਾ ਲੱਗਦਾ ਕੀ ਹੈ? ਸ਼ਲੋਕ ਪੜ੍ਹਦੇ ਹੋ ਨਾ, ਤੇਰਾ ਤੁਝ ਕੋ ਸੌਂਪਤੇ ਕਿਆ ਲੱਗੈ ਮੇਰਾ, ਫਿਰ ਮੇਰਾ ਕੀ ਲੱਗਦਾ ਹੈ? ਇਹ ਨਹੀਂ ਵੀ ਗੁਰਦੁਆਰੇ ਚਾਦਰ ਦਿੱਤੀ ਹੈ ਤੇ ਉਹਦੇ ਉੱਤੇ ਕੋਈ ਆ ਕੇ ਬੈਠ ਗਿਆ, ਉਹਨੂੰ ਕਹੇਗਾ ਵੀ ਤੂੰ ਇੱਥੇ ਕਿਉਂ ਬੈਠਾ, ਮੈਂ ਦਿੱਤੀ ਹੋਈ, ਇਹ ਮੇਰਾ ਹੈ। ਦੇਣ ਦਾ ਮਤਲਬ ਹੈ ਕੀ? ਦੇਣ ਦਾ ਅਰਥ ਕੀ ਹੈ? ਕਿ ਮੇਰੇ ਵਾਲਾ ਰੁਮਾਲਾ ਲੱਗਣਾ ਚਾਹੀਦਾ ਹੈ। ਇਹ ਦੇਣ ਦਾ ਕੀ ਅਰਥ ਹੋਇਆ? ਗੁਰੂ ਨੂੰ ਦਿੱਤਾ ਕਿ ਗੁਰੂ ਨੂੰ ਗੁਲਾਮ ਕੀਤਾ ਕਿ ਜੋ ਕੁਝ ਮੈਂ ਦਿੱਤਾ ਉਹ ਪਹਿਨੋ? ਇਹ ਤਾਂ ਤਾਨਾਸ਼ਾਹ ਲੋਕਾਂ ਦਾ ਇੱਕ ਰਵੱਈਆ ਸੀ, ਮੁਗਲ ਬਾਦਸ਼ਾਹਾਂ ਦੀ ਇੱਕ ਰਵਾਇਤ ਹੈ ਕਿ ਉਹ ਆਪਣੇ ਦਰਬਾਰ ਵਿੱਚ ਕਿਸੇ ਵਿਅਕਤੀ ਨੂੰ ਜਾਮਾ ਦਿੰਦੇ ਸਨ ਤੇ ਉਹਨਾਂ ਦਾ ਹੁਕਮ ਹੁੰਦਾ ਸੀ ਖੜਾ ਖਲੋਤਾ ਇੱਥੇ ਪਹਿਨ ਲੈ, ਹੁਣੇ ਪਹਿਨ, ਉਹਨੂੰ ਪਹਿਨਣਾ ਪੈਂਦਾ ਸੀ। ਤੇ ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਦਿੱਤਾ ਸੀ ਜਾਮਾ ਆਗਰੇ ਦੇ ਕਿਲੇ ਵਿੱਚ, ਜਦੋਂ ਗੱਦੀ ਨਿਸ਼ੀਨ ਹੋਇਆ ਸੀ। ਜਦੋਂ ਦਿੱਤਾ ਤੇ ਗੁਰੂ ਸਾਹਿਬ ਘੋੜੇ ਤੇ ਚੜੇ ਸਨ ਤੇ ਕਾਜੀ ਮੁੱਲਾ ਬੜੇ ਖੜੇ ਸਨ ਉੱਥੇ। ਉਹਨਾਂ ਨੇ ਕਿਹਾ ਵੀ ਅੱਜ ਸਿੱਖਾਂ ਦਾ ਗੁਰੂ ਮੁਗਲ ਸਲਤਨਤ ਦਾ ਗੁਲਾਮ ਹੋ ਜਾਏਗਾ। ਕਿਉਂ? ਕਿਉਂਕਿ ਜਿਹੜੀ ਕਾਨੂੰਨ ਹੈ ਉਸ ਅਨੁਸਾਰ ਇਹਨਾਂ ਨੂੰ ਹੁਣੇ ਚੋਗਾ ਪਾਉਣਾ ਪੈਣਾ ਹੈ ਜਿਹੜਾ ਦਿੱਤਾ ਹੈ ਬਹਾਦਰ ਸ਼ਾਹ ਨੇ। ਜੇ ਨਹੀਂ ਪਾਉਂਦੇ ਤੇ ਉਹਦੇ ਤੇ ਕੇਸ ਪੈਂਦਾ, ਉਹ ਬਾਗੀ ਹੈ ਵਿਅਕਤੀ, ਸਰਕਾਰ ਤੋਂ ਬਾਗੀ ਹੋ ਗਿਆ ਹੈ। ਉਹ ਬੜੇ ਖੁਸ਼ ਹੋਏ। ਸ਼ਾਇਦ ਉਹਨਾਂ ਨੇ ਇੱਕ ਚਾਲ ਵਰਤ ਕੇ ਹੀ ਬਹਾਦਰ ਸ਼ਾਹ ਤੋਂ ਚੋਲਾ ਦਵਾਇਆ ਸੀ ਵੀ ਗੁਰੂ ਨੂੰ ਦੇ, ਉਹ ਪਾ ਲੈਣਗੇ, ਉਹਨਾਂ ਨੂੰ ਪਾਉਣਾ ਪੈਣਾ। ਜਦੋਂ ਪਾਉਣਗੇ ਕਵਾਂਗੇ ਜੀ ਗੁਰੂ ਗੋਬਿੰਦ ਸਿੰਘ ਗੁਲਾਮ ਹੋ ਗਏ ਨੇ ਸਰਕਾਰ ਦੇ। ਪਰ ਗੁਰੂ ਗੋਬਿੰਦ ਸਿੰਘ ਨੂੰ ਕੌਣ ਸਿਖਾਏ? ਕੌਣ ਉਹਨਾਂ ਨੂੰ ਦੱਸੇ ਵੀ ਇਹ ਕੀ ਹੈ? ਉਹ ਤੇ ਪਹਿਲਾਂ ਹੀ ਜਾਣਦੇ ਨੇ। ਜਦੋਂ ਚੋਲਾ ਲਿਆ ਤੇ ਹਜ਼ੂਰ ਨੇ ਫੜ ਕੇ ਸਿੱਖ ਨੂੰ ਫੜਾ ਦਿੱਤਾ। ਕੋਲੋਂ ਇੱਕ ਸੱਜਣ ਆਇਆ ਸਰਕਾਰੀ ਐਲਕਰ, ਉਹਨੇ ਕਿਹਾ ਜੀ ਬਾਦਸ਼ਾਹ ਸਲਾਮਤ ਨੇ ਦਿੱਤਾ ਹੈ। ਹਜ਼ੂਰ ਨੇ ਕਿਹਾ ਬਾਦਸ਼ਾਹ ਤੁਹਾਡਾ ਹੋਵੇਗਾ, ਮੇਰਾ ਨਹੀਂ ਹੈ। ਮੇਰੇ ਬਾਦਸ਼ਾਹ ਦਾ ਦਿੱਤਾ ਹੋਇਆ ਮੈਂ ਪਾਇਆ ਹੋਇਆ, ਇਹ ਉਹਨੇ ਭੇਟ ਦਿੱਤੀ ਹੈ। ਮੈਂ ਜਿੱਥੇ ਮਰਜ਼ੀ ਦਿਆਂ, ਜ਼ਮੀਨ ਤੇ ਵਗਾ ਦਿਆਂ, ਪਾ ਲਵਾਂ ਕਿ ਕਿੱਥੇ ਰੱਖਾਂ, ਮੇਰੇ ਤੇ ਕਾਨੂੰਨ ਨਹੀਂ ਲਾਗੂ ਤੁਹਾਡਾ। ਜਵਾਬ ਦੇ ਦਿੱਤਾ। ਉੱਥੇ ਨਹੀਂ ਸੀ ਪਾਇਆ। ਇਸੇ ਗੱਲ ਤੋਂ ਕਾਜੀ ਤੇ ਮੁੱਲਾ ਬਹਾਦਰ ਸ਼ਾਹ ਦੇ ਖਿਲਾਫ ਹੋਏ ਸਨ ਵੀ ਤੂੰ ਤੇ ਸਾਰਾ ਕਾਨੂੰਨ ਹੀ ਤੋੜ ਦਿੱਤਾ ਤੇਰਾ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਪਰ ਬਹਾਦਰ ਸ਼ਾਹ ਉਹ ਤੇ ਡਰਦਾ ਸੀ ਗੁਰੂ ਗੋਬਿੰਦ ਸਿੰਘ ਤੋਂ। ਆਪਾਂ ਨਹੀਂ ਡਰਦੇ ਗੁਰੂ ਗ੍ਰੰਥ ਸਾਹਿਬ ਤੋਂ। ਕਹਿੰਦੇ ਆ ਜੀ ਦਿੱਤਾ ਹੁਣੇ ਹੀ ਪਾਓ, ਸਾਡੇ ਵਾਲਾ ਚੰਦੋਆ ਜ਼ਰੂਰ ਪਾਓ, ਨਹੀਂ ਤੇ ਵੇਖੋ ਫਿਰ ਕੀ ਬਣਦਾ ਹੈ। ਇਹ ਸਾਡੀ ਤਾਨਾਸ਼ਾਹੀ ਹੈ। ਦਾਨ ਦਾ ਅਰਥ ਹੈ ਜੋ ਦੇ ਦਿੱਤਾ
ਜੋ ਦਿੱਤਾ ਤੇ ਗੁਰੂ ਭਾਵੇਂ ਉਹਦੇ 4 ਟੁਕੜੇ ਕਰਦਾ ਸਾਹਮਣੇ, ਸਿੱਖ ਦੇ ਮਨ ਵਿੱਚ ਕੋਈ ਰੋਸ ਨਹੀਂ ਹੋਵੇਗਾ। ਸਿੱਟਦਾ ਭਾਵੇਂ ਕਿ ਪਹਿਨ ਲਵੇ ਕਿ ਕੀ ਕਰੇ, ਇਹ ਉਹਦੀ ਮਰਜ਼ੀ ਹੈ। ਪਰ ਜਦੋਂ ਅਸੀਂ ਵਸਤੂ ਦੇ ਕੇ ਗੁਰੂ ਨੂੰ ਖਰੀਦਦੇ ਹਾਂ, ਉਹ ਦਾਨ ਨਹੀਂ ਹੁੰਦਾ, ਉਹ ਸਿੱਖੀ ਵੀ ਨਹੀਂ ਹੈ। ਅਕਸਰ ਇਹ ਹੁੰਦਾ ਸੰਸਾਰ ਵਿੱਚ, ਬੰਦਾ ਪਹਿਲਾਂ ਪ੍ਰੇਮੀ ਹੁੰਦਾ ਹੈ, ਪ੍ਰੇਮ ਦੇ ਵਿੱਚ ਵਸਤੂਆਂ ਭੇਟ ਕਰਦਾ ਹੈ, ਫਿਰ ਵਸਤੂਆਂ ਭੇਟ ਕਰ ਕਰਕੇ ਇੱਥੇ ਚਲਾ ਜਾਂਦਾ, ਕਹਿੰਦਾ ਜਿੱਧਰ ਮੈਂ ਕਹਿੰਦਾ ਉਧਰ ਤੁਰੋ, ਹੁਣੇ ਤੁਰੋ, ਗੁਲਾਮ ਕਰਦਾ। ਸੰਸਾਰ ਦੀ ਰਵਾਇਤ ਹੈ। ਧਰਮ ਔਰ ਧਰਮੀ ਕਦੀ ਕਿਸੇ ਚੀਜ਼ ਨਾਲ ਗੁਲਾਮ ਨਹੀਂ ਹੋਵੇਗਾ। ਜੋ ਗੁਲਾਮ ਹੋ ਜਾਂਦਾ ਉਹ ਧਰਮੀ ਨਹੀਂ ਹੁੰਦਾ। ਉਹ ਕਦੀ ਕਿਸੇ ਦਾਇਰੇ ਵਿੱਚ ਨਹੀਂ ਵੱਜੇਗਾ। ਦਰਿਆਵਾਂ ਦੇ ਕਿਨਾਰੇ ਨਹੀਂ ਹੁੰਦੇ। ਦਰਿਆ ਜਿੱਥੋਂ ਨਿਕਲਦੇ ਨੇ ਕਿਨਾਰੇ ਪਿੱਛੇ ਛੱਡ ਜਾਂਦੇ ਨੇ। ਦਰਿਆਵਾਂ ਦੇ ਕੋਈ ਕਿਨਾਰੇ ਨਹੀਂ ਹਨ, ਕਿਨਾਰੇ ਬਾਅਦ ਵਿੱਚ ਬਣੇ ਰਹਿਣ, ਉਹ ਨਿਕਲ ਗਏ। ਤਾਂ ਇੱਥੇ ਗੁਰੂ ਸਾਹਿਬ ਕਹਿ ਰਹੇ ਨੇ, ਦੇਖੀ ਕਿਤੇ ਦਾਨ ਇਸ ਤਰ੍ਹਾਂ ਦਾ ਨਾ ਹੋਵੇ ਕਿ ਉਸ ਦਾਨ ਦੇ ਵਿੱਚ ਪਕੜ ਆ ਜਾਏ ਮੈਂ ਦੀ, ਤਾਂ ਫਿਰ ਉਹ ਇਸ ਤਰ੍ਹਾਂ ਹੋ ਜਾਏਗਾ, ਤੀਰਥ ਬਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ। ਜੇ ਤੂੰ ਉਹਨੂੰ ਪਕੜੇਗਾ, ਨਾਨਕ ਨੇਹ ਫਲ ਜਾਤ ਤੇਹ, ਉਹ ਸਾਰਾ ਕੁਝ ਨੇਫਲ ਚਲਾ ਜਾਏਗਾ, ਫਲ ਰਹਿਤ ਹੋ ਜਾਏਗਾ। ਕਿਵੇਂ ਹੋਏਗਾ? ਜਿਉ ਕੁੰਚਰ ਇਸ਼ਨਾਨ, ਕੁੰਚਰ ਦੇ ਅਰਥ ਨੇ ਹਾਥੀ, ਇਸ਼ਨਾਨ ਦੇ ਅਰਥ ਨੇ ਨਹਾਉਣਾ। ਜਿਵੇਂ ਇੱਕ ਹਾਥੀ ਮਿੱਟੀ ਦਾ ਭਰਿਆ ਹੋਇਆ ਦਰਿਆ ਵਿੱਚ ਉਤਰ ਗਿਆ, ਉਸਨੇ ਦਰਿਆ ਵਿੱਚ ਉਤਰ ਕੇ ਆਪਣੀ ਸੁੰਡ ਵਿੱਚ ਪਾਣੀ ਭਰਨਾ ਸ਼ੁਰੂ ਕੀਤਾ ਤੇ ਆਪਣੇ ਸਰੀਰ ਤੇ ਵਗਾਉਂਦਾ ਹੈ। ਹਾਥੀ ਇਸ ਤਰ੍ਹਾਂ ਨਹਾਉਂਦੇ ਨੇ, ਸੁੰਡ ਵਿੱਚ ਫਿਰ ਪਾਣੀ ਭਰ ਲੈਂਦਾ ਤੇ ਸਰੀਰ ਤੇ ਬੜੇ ਤੇਜ਼ ਪ੍ਰੈਸ਼ਰ ਨਾਲ ਵਗਾਉਂਦਾ। ਸਰੀਰ ਸਾਰਾ ਧੋ ਦਿੱਤਾ ਉਸਨੇ, ਸਾਰਾ ਸਰੀਰ ਧੁੱਪ ਗਿਆ। ਬਾਹਰ ਨਿਕਲਿਆ, ਸਰੀਰ ਸਾਫ਼ ਸੀ, ਗਿੱਲਾ ਸੀ। ਜਿਹੜੀ ਸੁੰਡ ਦੇ ਨਾਲ ਪਾਣੀ ਨਾਲ ਸਰੀਰ ਧੋਤਾ ਸੀ, ਉਸੇ ਸੁੰਡ ਵਿੱਚ ਪਾਈ ਮਿੱਟੀ, ਉਸੇ ਸੁੰਡ ਨਾਲ ਮਿੱਟੀ ਵਗਾਉਣ ਲੱਗ ਪਿਆ। ਸਰੀਰ ਹੋਰ ਗਾਰਾ ਭਰਿਆ ਗਿਆ। ਹਜ਼ੂਰ ਕਹਿ ਰਹੇ ਨੇ, ਵੇਖੀ ਜਿਹੜੇ ਮੂੰਹ ਨਾਲ ਬਾਣੀ ਪੜ੍ਹਨਾ, ਉਸੇ ਮੂੰਹ ਨਾਲ ਤੂੰ ਨਿੰਦਿਆ ਕਰੇਗਾ। ਇਹ ਉਹੀ ਸੁੰਡ ਹੈ। ਜਿਹੜੀ ਸੁੰਡ ਨਾਲ ਤੂੰ ਮੈਲ ਲਾਈ ਏ ਬਾਣੀ ਨਾਲ, ਉਸੇ ਸੁੰਡ ਨਾਲ ਹੁਣ ਤੂੰ ਨਿੰਦਿਆ ਕਰੇਗਾ। ਉਸੇ ਮੂੰਹ ਨਾਲ, ਉਹਦੇ ਨਾਲ ਤੂੰ ਈਰਖਾ ਕਰੇਗਾ, ਝੂਠ ਬੋਲੇਗਾ। ਇਹ ਤੇ ਉਸ ਹਾਥੀ ਵਾਲੀ ਦਸ਼ਾ ਹੋ ਜਾਏਗੀ, ਜਿਹੜਾ ਹਾਥੀ ਪਹਿਲਾਂ ਉਸ ਸੁੰਡ ਨਾਲ ਇਸ਼ਨਾਨ ਕਰਦਾ, ਪਾਣੀ ਦੀ ਭਰ ਕੇ, ਉਸੇ ਸੁੰਡ ਨਾਲ ਮਿੱਟੀ ਭਰ ਕੇ ਸੁੰਡ ਦੇ ਵਿੱਚ ਆਪਣੇ ਸਰੀਰ ਤੇ ਸਿੱਟ ਲੈਂਦਾ ਹੈ। ਦੋਵੇਂ ਹੀ ਚੀਜ਼ਾਂ ਇੱਕੋ ਚੀਜ਼ ਨਾਲ ਕਰਦਾ ਹੈ। ਇਸ ਕਰਕੇ ਇੱਕੋ ਹੀ ਚੀਜ਼ ਹੈ ਮਨੁੱਖ ਦੇ ਅੰਦਰ ਪਾਪ ਤੇ ਪੁੰਨ ਕਰਨ ਵਾਸਤੇ ਜੋ ਵਰਤੀ ਜਾਂਦੀ ਹੈ, ਉਹ ਹੈ ਮਨੁੱਖ ਦੀ ਨੀਅਤੀ, ਜਿਹਨੂੰ ਨੀਅਤੀ ਕਹਿੰਦੇ। ਮਨੁੱਖ ਦੀ ਨੀਤ ਉਹੀ ਪਾਪ ਕਰਨ ਵਿੱਚ ਵਰਤੀ ਜਾਂਦੀ, ਹੋਈ ਪੁੰਨ ਕਰਨ ਵਿੱਚ। ਗੁਰੂ ਤੇਗ ਬਹਾਦਰ ਸਾਹਿਬ ਸੁਚੇਤ ਕਰਦੇ ਨੇ 46 ਨੰਬਰ ਸ਼ਲੋਕ ਵਿੱਚ, ਇਸ ਤਰ੍ਹਾਂ ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ। ਨਾਨਕ ਨੇਹ ਫਲ ਜਾਤ ਤੇਹ ਜਿਉ ਕੁੰਚਰ ਇਸ਼ਨਾਨ। ਇਹ ਸਾਰੇ ਧਾਰਮਿਕ ਕਰਮ ਜਿਹੜੇ ਹੰਕਾਰ ਦੇ ਰਾਹੀਂ ਕੀਤੇ ਜਾਂਦੇ ਨੇ, ਸਾਰੇ ਹੀ ਬੇਫਲ ਅਸਫਲ ਹੋ ਜਾਂਦਾ ਮਨੁੱਖ। ਗੁਰੂ ਸਾਹਿਬ ਇਸ ਪ੍ਰਵਿਰਤੀ ਤੋਂ ਬਚਣ ਵਾਸਤੇ ਉਪਦੇਸ਼ ਦੇ ਰਹੇ ਨੇ।